ਪਿਆਰੇ ਵਿਦਿਆਰਥੀ ਦੋਸਤੋ, ਇਸ ਭਾਸ਼ਣ ਲੜੀ ਵਿੱਚ ਆਪਾਂ MA ਭਾਗ ਪਹਿਲਾ ਦੇ ਪਾਠਕ੍ਰਮ ਵਿੱਚ ਲੱਗੇ ਕਹਾਣੀ ਸੰਗ੍ਰਹਿ ਟੂਣੇਹਾਰੀ ਰੁੱਤ ਬਾਬਤ ਚਰਚਾ ਕਰਾਂਗੇ। ਟੂਣੇਹਾਰੀ ਰੁੱਤ ਜਿਵੇਂ ਤੁਹਾਨੂੰ ਪਤਾ ਹੀ ਆ, ਇੱਕ ਸੰਪਾਦਿਤ ਕਹਾਣੀ ਸੰਗ੍ਰਹਿ ਆ ਤੇ ਇਸ ਵਿੱਚ ਵੱਖ-ਵੱਖ ਕਹਾਣੀਕਾਰਾਂ ਦੀਆਂ ਕੁੱਲ 22 ਕਹਾਣੀਆਂ ਸ਼ਾਮਲ ਨੇ। ਇਸ ਕਹਾਣੀ ਸੰਗ੍ਰਹਿ ਦੀ ਸੰਪਾਦਨਾ ਪ੍ਰਸਿੱਧ ਕਹਾਣੀ ਆਲੋਚਕ, ਕਹਾਣੀ ਦੇ ਇਤਿਹਾਸਕਾਰ ਤੇ ਕਹਾਣੀ ਦੇ ਲੇਖਕ ਡਾਕਟਰ ਬਲਦੇਵ ਸਿੰਘ ਧਾਲੀਵਾਲ ਹੋਰਾਂ ਨੇ ਕੀਤੀ ਹੈ। ਇਸ ਸੰਗ੍ਰਹਿ ਵਿੱਚ ਉਹਨਾਂ ਨੇ ਭੂਮਿਕਾ ਵਿੱਚ ਲਿਖਿਆ ਕਿ ਚੌਥੇ ਪੜਾਅ ਦੀਆਂ ਕਹਾਣੀਆਂ ਨੇ ਤੇ ਚੌਥੇ ਪੜਾਅ ਦੇ ਉਸ ਪੜਾਅ ਦੀਆਂ ਕਹਾਣੀਆਂ ਨੇ ਜਿਹੜਾ 21ਵੀਂ ਸਦੀ ਵਿੱਚ ਵਾਪਰਿਆ। 21ਵੀਂ ਸਦੀ ਵਿੱਚ ਜਿਹੜੀਆਂ ਕਹਾਣੀਆਂ ਲਿਖੀਆਂ ਗਈਆਂ ਨੇ ਤਾਂ ਕਹਾਣੀਆਂ ਦੀ ਚੋਣ ਡਾਕਟਰ ਬਲਦੇਵ ਸਿੰਘ ਧਾਲੀਵਾਲ ਹੋਰਾਂ ਨੇ ਕੀਤੀ ਆ। ਲਿਹਾਜ਼ਾ ਸੰਭਵ ਹੈ ਕਿ ਤੁਹਾਨੂੰ ਲੱਗੇ ਕਿ ਜਾਂ ਮੈਨੂੰ ਲੱਗੇ ਕਿ ਇਹ ਕਹਾਣੀ ਬਹੁਤ ਖੂਬਸੂਰਤ ਸੀ, ਇਸ ਦੌਰ ਦੀ ਤੇ ਸ਼ਾਮਲ ਨਹੀਂ ਹੋ ਸਕੀ ਜਾਂ ਇਹਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਸੀ। ਉਹ ਇਸ ਤਰ੍ਹਾਂ ਦਾ ਅਹਿਸਾਸ ਹੋ ਸਕਦਾ। ਬਹਰਹਾਲ ਇਹ ਕਹਾਣੀਆਂ ਇਸ ਦੌਰ ਦੀਆਂ, ਜਿਹੜੀ ਕਹਾਣੀ ਹੁਣ ਲਿਖੀ ਜਾ ਰਹੀ ਆ ਜਾਂ 21ਵੀਂ ਸਦੀ ਵਿੱਚ ਲਿਖੀ ਜਾ ਰਹੀ ਆ, ਉਸ ਦੀ ਪ੍ਰਤੀਨਿਧਤਾ ਕਰਦੀਆਂ ਨੇ ਤੇ ਇਹਨਾਂ ਕਹਾਣੀਆਂ ਦੇ ਪਾਠ ਤੇ ਇਹਨਾਂ ਦੇ ਅਧਿਐਨ ਰਾਹੀਂ ਅਸੀਂ ਸਮਕਾਲੀ ਪੰਜਾਬੀ ਕਹਾਣੀ ਨੂੰ ਸਮਝਣ ਦਾ ਯਤਨ ਕਰਾਂਗੇ। ਇਸ ਕਹਾਣੀ ਦੇ ਹਵਾਲੇ ਨਾਲ ਪੰਜਾਬੀ ਬੰਦੇ ਦੇ ਸਰੋਕਾਰਾਂ ਨੂੰ, ਉਸ ਦੀਆਂ ਰਮਜ਼ਾਂ ਨੂੰ, ਉਸ ਦੀਆਂ ਮੰਗਾਂ ਨੂੰ, ਉਸ ਦੇ ਦੂਜੇ ਮਨੁੱਖਾਂ ਨਾਲ, ਦੂਜੀਆਂ ਥਾਵਾਂ ਨਾਲ ਰਿਸ਼ਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਸੰਗ੍ਰਹਿ ਵਿੱਚ ਜਿਹੜੀਆਂ ਕਹਾਣੀਆਂ ਦਰਜ ਕੀਤੀਆਂ ਗਈਆਂ ਨੇ ਉਹ ਕਹਾਣੀ ਦੇ ਲੇਖਕਾਂ ਦੀ ਉਮਰ ਦੇ ਹਿਸਾਬ ਨਾਲ ਨੇ। ਜਿਹੜਾ ਉਮਰ ਵਿੱਚ ਸਭ ਤੋਂ ਵੱਡਾ ਹਰਭਜਨ ਸਿੰਘ ਸਾਗਰ ਨੇ, ਉਹਨਾਂ ਦੀ ਕਹਾਣੀ ਪਹਿਲਾਂ ਦਰਜ ਆ ਤੇ ਜਿਹੜਾ ਕਹਾਣੀਕਾਰ ਉਮਰ ਵਿੱਚ ਸਭ ਤੋਂ ਛੋਟਾ ਖਾਲਿਦ ਫਰਹਾਦ ਧਾਲੀਵਾਲ, ਉਹਨਾਂ ਦੀ ਕਹਾਣੀ ਸਭ ਤੋਂ ਆਖਰ ਦੇ ਵਿੱਚ ਦਰਜ ਕੀਤੀ ਗਈ ਆ। ਇਸ ਭਾਸ਼ਣ ਲੜੀ ਵਿੱਚ ਇੱਕ ਲੈਕਚਰ ਵਿੱਚ ਇੱਕ ਜਾਂ ਦੋ ਕਹਾਣੀਆਂ ਬਾਬਤ ਚਰਚਾ ਕੀਤੀ ਜਾਵੇਗੀ ਸਮੇਂ ਦੇ ਹਿਸਾਬ ਨਾਲ, ਜਾਂ ਕਹਾਣੀ ਕਿਸ ਤਰ੍ਹਾਂ ਦੀ ਆ, ਕਿੰਨਾ ਕੁ ਸਮਾਂ ਮੰਗਦੀ ਆ, ਉਸ ਹਿਸਾਬ ਨਾਲ ਉਸ ਨੂੰ ਉਨਾ ਸਮਾਂ ਦਿੱਤਾ ਜਾਵੇਗਾ। ਟੂਣੇਹਾਰੀ ਰੁੱਤ ਕਹਾਣੀ ਸੰਗ੍ਰਹਿ ਬਾਬਤ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਦੋ ਗੱਲਾਂ ਹੋਰ ਕਰਨੀਆਂ ਜ਼ਰੂਰੀ ਨੇ। ਪਹਿਲੀ ਗੱਲ ਤਾਂ ਮਨੁੱਖ ਅਤੇ ਕਹਾਣੀ ਦੇ ਸੰਬੰਧਾਂ ਬਾਬਤ ਆ। ਮਨੁੱਖ ਨੇ ਜਦੋਂ ਤੋਂ ਚੇਤਨਾ ਹਾਸਲ ਕੀਤੀ ਆ, ਜਦੋਂ ਤੋਂ ਉਹ ਸੋਚਣ ਸਮਝਣ ਦੇ ਸਮਰੱਥ ਹੋਇਆ, ਕਹਾਣੀ ਦਾ ਉਦੋਂ ਤੋਂ ਹੁਣ ਤੱਕ ਉਸ ਦੇ ਨਾਲ ਨਾਤਾ ਰਿਹਾ। ਮਨੁੱਖੀ ਸੱਭਿਅਤਾ ਦਾ ਕੋਈ ਪੜਾਅ ਐਸਾ ਨਹੀਂ ਜਦੋਂ ਕਹਾਣੀ ਮਨੁੱਖ ਦੇ ਸੰਗ ਨਾ ਰਹੀ ਹੋਵੇ। ਇਹ ਕਦੇ ਮੌਖਿਕ ਰੂਪ ਦੇ ਵਿੱਚ, ਕਦੇ ਲਿਖਤ ਰੂਪ ਵਿੱਚ ਉਸ ਦੇ ਅੰਗ ਸੰਗ ਰਹੀ। ਕਹਾਣੀ ਨੇ ਅਨੇਕਾਂ ਰੂਪ ਵਟਾਏ, ਮਨੁੱਖ ਨੇ ਵੀ ਅਨੇਕਾਂ ਰੂਪ ਵਟਾਏ, ਉਸ ਦੀਆਂ ਸੋਚਣੀਆਂ ਬਦਲੀਆਂ, ਉਸ ਦਾ ਰਹਿਣਾ ਸਹਿਣਾ ਬਦਲਿਆ, ਪਰ ਕਹਾਣੀ ਦਾ ਸਾਥ ਉਹਦੇ ਤੋਂ ਕਦੇ ਛੁੱਟਿਆ ਨਹੀਂ, ਕਦੇ ਦੂਰ ਨਹੀਂ ਹੋਇਆ ਹੈਗਾ। ਕਹਾਣੀਆਂ ਕਦੇ ਉਹਦੇ ਕੋਲ ਪਰੀ ਕਥਾਵਾਂ ਦੇ ਰੂਪ 'ਚ ਰਹੀਆਂ, ਕਦੇ ਜਨੌਰ ਕਥਾਵਾਂ ਦੇ ਰੂਪ ਵਿੱਚ, ਕਦੇ ਨੀਤੀ ਕਥਾਵਾਂ ਦੇ, ਕਦੇ ਰੋਮਾਂਸ ਕਥਾਵਾਂ ਦੇ, ਕਦੇ ਜਨਮ ਸਾਖੀਆਂ ਦੇ ਰੂਪ ਦੇ ਵਿੱਚ, ਕਦੇ ਮਹਾਭਾਰਤ ਦੇ ਰੂਪ ਦੇ ਵਿੱਚ, ਕਦੇ ਰਾਮਾਇਣ ਦੇ ਰੂਪ ਦੇ ਵਿੱਚ। ਗੱਲ ਕੀ, ਕਹਾਣੀ ਹਮੇਸ਼ਾ ਬੰਦੇ ਦੇ ਅੰਗ ਸੰਗ ਰਹੀ। ਕਹਾਣੀ ਦਾ ਬੰਦੇ ਨਾਲ ਨਾਤਾ ਬਹੁਤ ਗਹਿਰਾ, ਬੰਦੇ ਨੂੰ ਕਹਾਣੀ ਨਾਲ ਮੁਹੱਬਤ ਆ। ਉਸ ਦੇ ਰਾਹੀਂ ਹੀ ਉਹ ਸਿੱਖਦਾ, ਸਮਝਦਾ ਆ, ਆਪਣੇ ਜੀਵਨ ਨੂੰ ਕੋਈ ਅਰਥ ਦਿੰਦਾ ਆ। ਤਾਂ ਕਹਾਣੀ ਦਾ ਨਾਤਾ ਅੱਜ ਤੱਕ ਉਵੇਂ ਜਿਵੇਂ ਕਾਇਮ ਆ। ਹੁਣ ਅਸੀਂ ਸਾਹਿਤਕ ਕਹਾਣੀਆਂ ਰਾਹੀਂ ਕਹਾਣੀ ਨੂੰ ਮਾਣਦੇ ਹਾਂ ਜਾਂ ਫਿਰ ਪਾਪੂਲਰ ਕਲਚਰ ਦੀਆਂ ਕਹਾਣੀਆਂ ਰਾਹੀਂ ਕਹਾਣੀ ਨੂੰ ਮਾਣਦੇ ਹਾਂ। ਸਿਨੇਮੇ ਦੀਆਂ ਕਹਾਣੀਆਂ ਅੱਜ ਕੱਲ੍ਹ ਸਾਨੂੰ ਬਹੁਤ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਰਹੀਆਂ ਨੇ। ਤਾਂ ਕੁੱਲ ਮਿਲਾ ਕੇ ਮੈਂ ਕਹਿਣਾ ਇਹ ਚਾਹੁੰਦਾ ਕਿ ਤੁਸੀਂ ਜਿਨ੍ਹਾਂ ਕਹਾਣੀਆਂ ਵਿੱਚ ਜਿਉਂਦੇ ਹੋ, ਜਿਨ੍ਹਾਂ ਕਹਾਣੀ 'ਚ ਸਾਹ ਲੈਂਦੇ ਹੋ, ਉਹ ਤੁਹਾਨੂੰ ਬਹੁਤ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਦੀਆਂ ਨੇ, ਤੁਹਾਨੂੰ ਘੜਦੀਆਂ ਨੇ। ਇਸ ਕਰਕੇ ਆਪਣੇ ਆਲੇ ਦੁਆਲੇ ਵਾਪਰ ਰਹੀਆਂ, ਬੀਤ ਰਹੀਆਂ ਕਹਾਣੀਆਂ ਵੱਲ ਗਹਿਰੀ ਨਜ਼ਰ ਰੱਖੋ ਕਿ ਉਹ ਤੁਹਾਨੂੰ ਕੀ ਬਣਾ ਰਹੀਆਂ ਨੇ, ਤੇ ਉਹਨਾਂ ਕਹਾਣੀਆਂ ਦੀ ਤਲਾਸ਼ ਵਿੱਚ ਹਮੇਸ਼ਾ ਰਹੋ ਜਿਹੜੀਆਂ ਤੁਹਾਨੂੰ ਕੁਛ ਚੰਗਾ, ਕੁਛ ਵਧੀਆ, ਕੁਛ ਮਾਨਣਯੋਗ ਦਿੰਦੀਆਂ ਨੇ। ਤੇ ਸਾਹਿਤਕ ਕਹਾਣੀਆਂ ਦੀ ਭਾਲ, ਉਹਨਾਂ ਦਾ ਲਿਖਿਆ ਜਾਣਾ ਇਸੇ ਮਕਸਦ ਤਹਿਤ ਹੁੰਦਾ। ਤੇ ਅਸੀਂ ਵੀ ਜਦੋਂ ਇਹ ਕਹਾਣੀਆਂ ਪੜ੍ਹ ਰਹੇ ਹਾਂ ਤਾਂ
ਇੱਕ ਬਿਹਤਰ ਮਨੁੱਖ ਬਣਨ ਦੀ ਕੋਸ਼ਿਸ਼ ਵੱਲ ਤੇ ਉਸ ਦੇ ਨਾਲ ਜਿਹੜੀ ਕਲਾਤਮਕਤਾ ਨੂੰ ਜਾਣਨ ਦੀ, ਕਿਉਂਕਿ ਕਲਾਤਮਕਤਾ ਨੂੰ ਜਾਣਨਾ, ਸੋਚਾਤਮਕਤਾ ਨੂੰ ਜਾਣਨਾ ਆਪਦੇ ਆਪ 'ਚ ਚੰਗਾ ਬਣਨ ਵੱਲ ਇੱਕ ਕਦਮ ਹੁੰਦਾ। ਇੱਕ ਗੱਲ ਹੋਰ ਕਿ ਜਦੋਂ ਮੈਂ ਕਹਿ ਰਿਹਾ ਕਿ ਪਾਪੂਲਰ ਕਹਾਣੀਆਂ ਅੱਜ ਲਿਖੀਆਂ ਜਾ ਰਹੀਆਂ ਨੇ, ਸੁਣਾਈਆਂ ਜਾ ਰਹੀਆਂ, ਦਿਖਾਈਆਂ ਜਾ ਰਹੀਆਂ ਨੇ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਹਿਤਕ ਕਹਾਣੀਆਂ ਤੋਂ ਉਹ ਬਹੁਤ ਕੋਈ ਨੀਵੇਂ ਦਰਜੇ ਦੀਆਂ ਨੇ। ਉਹ ਆਪਣੀ ਵੱਖਰੀ ਤਰ੍ਹਾਂ ਨਾਲ, ਵੱਖਰੇ ਤਰ੍ਹਾਂ ਦੇ ਅੰਦਾਜ਼ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਸਿਨੇਮਾ ਦੇ ਵਿੱਚ ਵੀ ਹੁਣ ਕੁਛ ਬਹੁਤ ਖੂਬਸੂਰਤ ਕਹਾਣੀਆਂ ਕਹੀਆਂ ਜਾ ਰਹੀਆਂ ਨੇ। ਜਦੋਂ ਆਪਾਂ ਇਹਨਾਂ ਕਹਾਣੀਆਂ 'ਤੇ ਚਰਚਾ ਕਰਾਂਗੇ ਜਿਹੜੀਆਂ ਸਾਡੇ ਇਸ ਕਿਤਾਬ ਦੇ ਵਿੱਚ ਦਰਜ ਨੇ, ਆਪਾਂ ਵਿੱਚ ਉਦਾਹਰਨਾਂ ਜਿਹੜੀਆਂ ਨੇ ਉਹ ਕਹਾਣੀ ਨੂੰ ਸਮਝਣ ਲਈ ਸਿਨੇਮੇ ਵਿੱਚੋਂ ਵੀ ਲਿਆ ਕਰਾਂਗੇ। ਇੱਕ ਹੋਰ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਆ ਉਹ ਕਹਾਣੀ ਦੀ ਵਿਆਖਿਆ ਬਾਬਤ ਆ। ਕਹਾਣੀ ਨੂੰ ਸਮਝਣਾ ਅਤੇ ਇਸ ਦਾ ਅਰਥ ਕਰਨਾ ਸੌਖਾ ਕੰਮ ਵੀ ਹੈ ਅਤੇ ਔਖਾ ਕੰਮ ਵੀ ਆ। ਸੌਖਾ ਇਸ ਲਈ ਕਿ ਕਹਾਣੀਆਂ ਦੇ ਵਿਸ਼ੇ ਨੂੰ ਦੱਸ ਕੇ ਜਾਂ ਕਹਾਣੀ ਵਿੱਚ ਜੋ ਵਾਪਰ ਰਿਹਾ ਉਸ ਨੂੰ ਦੱਸ ਕੇ ਕੰਮ ਸਾਰਿਆ ਜਾ ਸਕਦਾ, ਸਰਲ ਵਿਆਖਿਆ ਕੀਤੀ ਜਾ ਸਕਦੀ ਹੈ। ਔਖਾ ਇਸ ਕਾਰਨ ਕਿ ਕਹਾਣੀ ਕੇਵਲ ਵਿਸ਼ਾ ਵਸਤੂ ਨਹੀਂ ਹੁੰਦੀ ਤੇ ਨਾ ਹੀ ਕਹਾਣੀ ਉਹ ਹੁੰਦੀ ਹੈ ਜੋ ਉਹ ਸਤਹੀ ਪੱਧਰ ਤੇ ਦੱਸ ਰਹੀ ਹੁੰਦੀ ਹੈ, ਸੁਣਾ ਰਹੀ ਹੁੰਦੀ ਹੈ। ਕਹਾਣੀ ਨੂੰ ਕਹਾਣੀ ਬਣਾਉਣ ਵਾਲਾ ਕੁਝ ਖਾਸ ਹੁੰਦਾ ਤੇ ਉਹ ਕਿਧਰੇ ਹੋਰ ਹੁੰਦਾ। ਉਸ ਦੀ ਲੱਭਤ ਹੀ ਕਹਾਣੀ ਨੂੰ ਜਾਣਨ ਵਾਲਾ ਸਭ ਤੋਂ ਵੱਧ ਮਹੱਤਵਪੂਰਨ ਕਦਮ ਹੁੰਦਾ ਜੋ ਕਹਾਣੀ ਨੂੰ ਕਹਾਣੀ ਬਣਾਉਂਦਾ। ਇਹ ਉਸ ਦਾ ਵਿਸ਼ਾ ਵੀ ਹੋ ਸਕਦਾ, ਲੇਖਕ ਦੀ ਮੌਲਿਕ ਦ੍ਰਿਸ਼ਟੀ ਵੀ ਹੋ ਸਕਦੀ ਹੈ ਤੇ ਇਸ ਦਾ ਨਿਭਾਅ ਵੀ ਹੋ ਸਕਦਾ। ਕਹਾਣੀ ਦੇ ਨਿਭਾਅ ਵਿੱਚ ਭਾਸ਼ਾ, ਪਾਤਰ ਉਸਾਰੀ, ਬਿਰਤਾਂਤਕਾਰ ਦੀ ਭੂਮਿਕਾ, ਬਿਰਤਾਂਤਕ ਅਤੇ ਗੈਰ ਬਿਰਤਾਂਤਕ ਵੇਰਵਿਆਂ ਦਾ ਸਿਰਜਣ ਅਤੇ ਦਾਰਸ਼ਨਿਕ ਧੁਨੀਆਂ ਹੋਣਾ ਆਦਿ ਕਈ ਕੁਝ ਹੁੰਦਾ। ਕਹਾਣੀ ਦੀ ਵਿਆਖਿਆ ਇਸ ਕਾਰਨ ਵੀ ਮੁਸ਼ਕਲ ਹੈ ਕਿ ਨਾ ਕੇਵਲ ਉਸ ਚੀਜ਼ ਨੂੰ ਲੱਭਣਾ ਮੁਸ਼ਕਲ ਹੈ ਜਿਹੜਾ ਕਹਾਣੀ ਨੂੰ ਕਹਾਣੀ ਬਣਾਉਂਦਾ, ਕਿ ਉਹ ਖਾਸ ਚੀਜ਼ ਜਿਸ ਨੂੰ ਤੁਸੀਂ ਕੇਵਲ ਪੜ੍ਹਦੇ ਹੋਏ ਹੀ ਮਾਣ ਸਕਦੇ ਹੋ। ਕੋਈ ਵਿਅਕਤੀ, ਕੋਈ ਆਲੋਚਕ ਉਸ ਕਹਾਣੀ ਬਾਰੇ ਦੱਸਦਿਆਂ ਹੋਇਆਂ ਉਸ ਚੀਜ਼ ਦੀ ਤੁਹਾਡੀ ਰੂਹ ਨਾਲ ਸਾਂਝ ਨਹੀਂ ਪਵਾ ਸਕਦਾ ਹੈਗਾ, ਜਿਹੜੀ ਸਾਂਝ ਕਹਾਣੀ ਨੂੰ ਪੜ੍ਹਦਿਆਂ ਹੋਇਆਂ ਹੁੰਦੀ ਹੈ। ਇਸ ਕਰਕੇ ਮੇਰੇ ਇਹਨਾਂ ਭਾਸ਼ਣਾਂ ਦੀ ਜਾਂ ਕਿਸੇ ਵੀ ਕਹਾਣੀ ਦੀ ਵਿਆਖਿਆ ਵੇਲੇ ਜਦੋਂ ਕੋਈ ਕਰਦਾ ਤਾਂ ਇਹ ਸੀਮਾ ਹੁੰਦੀ ਹੈ ਕਿ ਉਹ ਅਨੁਭਵ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਹਾਜ਼ਰ ਨਹੀਂ ਹੋ ਪਾਉਂਦਾ ਜਿਹਦੇ ਕਾਰਨ ਕਹਾਣੀ ਬਣਦੀ ਆ, ਜਿਹਦੇ ਕਾਰਨ ਅਸੀਂ ਕਹਾਣੀ ਨੂੰ ਮੰਨਣ ਦੇ ਸਮਰੱਥ ਹੁੰਦੇ ਹਾਂ। ਤਾਂ ਇਹਨਾਂ ਭਾਸ਼ਣਾਂ ਦੇ ਵਿੱਚ ਮੈਂ ਤੁਹਾਨੂੰ ਇਹੀ ਸੁਝਾਅ ਦਊਂਗਾ ਕਿ ਤੁਸੀਂ ਕਹਾਣੀ ਨੂੰ ਪੜ੍ਹੋ, ਪੜ੍ਹਨ ਤੋਂ ਬਾਅਦ ਇਹਨਾਂ ਲੈਕਚਰਾਂ ਨੂੰ ਸੁਣੋ, ਕਿਉਂਕਿ ਜਿਹੜੀ ਚੀਜ਼ ਕਹਾਣੀ ਨੂੰ ਪੜ੍ਹ ਕੇ ਹਾਸਲ ਹੋਣੀ ਆ ਉਹ ਲੈਕਚਰ ਸੁਣ ਕੇ ਹਾਸਲ ਨਹੀਂ ਹੋਣੀ। ਮੇਰੀ ਭੂਮਿਕਾ ਤਾਂ ਕੇਵਲ ਇੰਨੀ ਹੋ ਸਕਦੀ ਆ ਕਿ ਜਦੋਂ ਤੁਸੀਂ ਦੁਬਾਰੇ ਕਹਾਣੀ ਪੜ੍ਹੋ ਤਾਂ ਤੁਹਾਨੂੰ ਉਹ ਵੱਧ ਸਮਝ ਆਵੇ, ਨਾ ਕੇਵਲ ਵੱਧ ਸਮਝ ਆਵੇ ਸਗੋਂ ਤੁਹਾਨੂੰ ਉਹ ਵੱਧ ਚੰਗੀ ਲੱਗੇ, ਵੱਧ ਆਨੰਦ ਆਵੇ। ਤਾਂ ਇਹ ਇੱਕ ਆਪਾਂ ਇਹਨਾਂ ਭਾਸ਼ਣਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਅਨੁਭਵ ਸਿਰਜਣ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਕਹਾਣੀ ਨੂੰ ਪੜ੍ਹਨਾ ਵੱਧ ਚੰਗਾ ਲੱਗ ਸਕੇ, ਚੰਗਾ ਆਨੰਦ ਆ ਸਕੇ ਕਹਾਣੀ ਨੂੰ ਪੜ੍ਹਨ ਦੇ ਵਿੱਚ। ਇੱਕ ਗੱਲ ਇਹ ਵੀ ਆ ਕਿ ਕਹਾਣੀ ਨੂੰ ਜਿਹੜੇ ਅਰਥ ਮੈਂ ਕਰੂੰਗਾ ਉਹ ਪਤਾ ਸਾਰਿਆਂ ਨੂੰ ਕਿ ਕੋਈ ਅੰਤਿਮ ਅਰਥ ਨਹੀਂ ਹੈਗੇ। ਹਰ ਪਾਠਕ ਦਾ ਪਾਠ ਨਾਲ ਆਪਦੀ ਤਰ੍ਹਾਂ ਦਾ ਰਿਸ਼ਤਾ ਹੁੰਦਾ ਅਤੇ ਉਹ ਆਪਣੀ ਸਮਰੱਥਾ ਮੁਤਾਬਕ ਆਪਣੀਆਂ ਰੁਚੀਆਂ ਅਨੁਸਾਰ ਉਹਦੇ ਵਿੱਚੋਂ ਅਰਥ ਕੱਢ ਲੈਂਦਾ ਅਤੇ ਇਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੁੰਦੀ ਕਿ ਜੇ ਕਿਸੇ ਦੇ ਅਰਥ ਜਾਂ ਮੇਰੇ ਅਰਥ ਕਿਸੇ ਤੋਂ ਵੱਖਰੇ ਹੋਣਗੇ ਜਾਂ ਬਿਲਕੁਲ ਹੀ ਵੱਖਰੇ ਹੋਣਗੇ। ਇਹ ਸਾਹਿਤਕ ਖੇਤਰ ਦੇ ਵਿੱਚ ਸੰਭਵ ਚੀਜ਼ ਆ, ਬਲਕਿ ਅਸੀਂ ਤਾਂ ਉਸੇ ਲਿਟਰੇਚਰ ਨੂੰ, ਉਸੇ ਪਾਠ ਨੂੰ ਚੰਗਾ ਮੰਨਦੇ ਹਾਂ ਜਿਹ 'ਚ ਬਹੁਤ ਸਾਰੀਆਂ ਆਵਾਜ਼ਾਂ ਹੋਣ, ਬਹੁਤ ਸਾਰੀਆਂ ਆਵਾਜ਼ਾਂ ਨੂੰ ਸੁਣਨ ਦੀ ਸਮਰੱਥਾ ਹੋਵੇ, ਜਿਹਦੇ ਵਿੱਚ ਜੋ ਕਿਹਾ ਗਿਆ ਉਹਦੇ ਤੋਂ ਵੱਧ ਅਣਕਿਹਾ ਹੋਵੇ, ਜਿਹਨੂੰ ਸੁਣ ਕੇ ਬਹੁਤ ਸਾਰੇ ਅਰਥ ਜਿਹੜੇ ਨੇ ਉਹ ਲੱਭੇ ਜਾ ਸਕਣ ਅਤੇ ਬੰਦਾ ਆਪਦੇ ਆਪ ਨੂੰ ਅਮੀਰ ਕਰ ਸਕੇ। ਸੋ ਇਹ ਪ੍ਰੋਸੈਸ ਚੱਲਦਾ ਰਹਿਣਾ ਕਿ ਅਸੀਂ ਕਹਾਣੀ ਦੇ ਵਿੱਚੋਂ ਅਰਥਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਰਹਾਂਗੇ ਅਤੇ ਅਰਥ ਵੱਖਰੇ ਵੱਖਰੇ ਆਉਂਦੇ ਰਹਿਣਗੇ। ਅਤੇ ਕੋਈ ਦਾਅਵਾ ਨਹੀਂ ਹੈਗਾ ਕਿ ਜਿਹੜੇ ਅਰਥ ਮੈਂ ਕਰੂੰਗਾ ਉਹੀ ਤੁਸੀਂ ਮੰਨੋ ਜਾਂ ਉਹੀ ਅੰਤਮ ਹੋਣਗੇ।
ਇੱਕ ਗੱਲ ਹੋਰ ਕਿ ਜਦੋਂ ਤੁਸੀਂ ਕਹਾਣੀ ਨੂੰ ਸਮਝਦੇ ਹੋ ਉਹਦੇ 'ਚ ਮੇਰੀ ਚਾਚੇ 3 ਚੀਜ਼ਾਂ ਦੀ ਬਹੁਤ ਭੂਮਿਕਾ ਹੁੰਦੀ ਆ। ਪਹਿਲੀ ਤਾਂ ਸਭ ਤੋਂ ਮਹੱਤਵਪੂਰਨ ਹੈ ਕਿ ਜਿਹੜਾ ਪੜ੍ਹਨ ਵਾਲਾ ਉਸ ਦੀ ਕਿੰਨੀ ਕੁ ਸਮਰੱਥਾ, ਉਹਦੇ ਅੰਦਰ ਕਿੰਨਾ ਕੁਛ ਪਿਆ, ਉਸ ਦੇ ਹਿਸਾਬ ਨਾਲ ਉਹਨੇ ਪਾਠ ਨੂੰ ਹੁੰਗਾਰਾ ਭਰਨਾ। ਉਹਨਾਂ ਦੋਹਾਂ ਦੇ ਰਿਸ਼ਤੇ ਦੇ ਵਿੱਚੋਂ ਹੀ ਅਰਥ ਜਿਹੜੇ ਆ ਉਹ ਸਾਹਮਣੇ ਆਉਣੇ ਆ। ਦੂਸਰਾ ਇਹ ਗੱਲ ਵੀ ਭੂਮਿਕਾ ਅਦਾ ਕਰਦੀ ਹੈ ਕਿ ਕਿਸੇ ਪਾਠਕ ਨੇ ਕਿੰਨੀਆਂ ਕੁ ਕਹਾਣੀਆਂ ਨੂੰ ਪੜ੍ਹਿਆ ਹੋਇਆ। ਜੇਕਰ ਉਸਨੇ ਬਹੁਤ ਥੋੜ੍ਹੀਆਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਤਾਂ ਉਹਦੇ ਕੋਲ ਕਹਾਣੀ ਦੀ ਸਮਝ ਦਾ ਪ੍ਰਪੇਖ ਉਸ ਤਰ੍ਹਾਂ ਨਹੀਂ ਬਣਿਆ ਹੋਊਗਾ ਜਿਸ ਤਰ੍ਹਾਂ ਬਹੁਤੀਆਂ ਕਹਾਣੀਆਂ ਪੜ੍ਹਨ ਵਾਲੇ ਕੋਲ ਹੋਊਗਾ, ਅਤੇ ਬਹੁਤੀਆਂ ਕਹਾਣੀ ਨੂੰ ਪੜ੍ਹਨਾ ਵੀ ਕਹਾਣੀ ਦੀ ਸਮਝ ਦਿੰਦਾ। ਤੀਸਰਾ ਕਿ ਕਹਾਣੀ ਦੇ ਬਾਰੇ ਜੋ ਲਿਖਿਆ ਗਿਆ, ਜੋ ਸਿਧਾਂਤ ਸਾਡੇ ਕੋਲ ਅਵੇਲੇਬਲ ਨੇ, ਉਪਲਬਧ ਨੇ, ਉਹਨਾਂ ਦੀ ਗਿਆਨ ਤੁਹਾਨੂੰ ਜ਼ਰੂਰ ਹੋਣਾ ਚਾਹੀਦਾ। ਉਹ ਵੀ ਕਹਾਣੀਆਂ ਨੂੰ ਪੜ੍ਹ ਕੇ ਹੀ ਚਿੰਤਕਾਂ ਲੇਖਕਾਂ ਨੇ ਬਣਾਏ ਨੇ। ਉਹ ਤੁਹਾਨੂੰ ਤੁਹਾਡੀ ਸਮਝ ਨੂੰ ਕਹਾਣੀ ਬਾਬਤ ਗਹਿਰਾ ਕਰਦੇ ਨੇ। ਸੋ ਉਹਨਾਂ ਤੱਕ ਵੀ ਤੁਹਾਡੀ ਰਸਾਈ ਜਿਹੜੀ ਆ ਹੋਣੀ ਚਾਹੀਦੀ ਆ। ਇਸ ਭਾਸ਼ਣ ਲੜੀ ਵਿੱਚ ਜਿਹੜੀਆਂ ਵੀ ਗੱਲਾਂ ਹੋਣਗੀਆਂ ਕਹਾਣੀਆਂ ਬਾਬਤ, ਉਸ ਵਿੱਚ ਮੇਰੇ ਵਿਭਾਗ ਦੇ MA ਭਾਗ ਪਹਿਲਾ ਦੇ ਵਿਦਿਆਰਥੀਆਂ ਨਾਲ ਸੰਵਾਦ ਦੀ ਅਹਿਮ ਭੂਮਿਕਾ ਹੈ। ਇਸ ਵਕਤ ਉਹਨਾਂ ਦੀ ਯਾਦ ਮੈਨੂੰ ਆ ਰਹੀ ਆ, ਨਿੱਘਾ ਅਹਿਸਾਸ ਵੀ ਦੇ ਰਹੀ ਆ। ਮੇਰੇ ਚੇਤਿਆਂ 'ਚੋਂ ਕੁਝ ਚਿਹਰੇ ਆ ਜਾ ਰਹੇ ਨੇ। ਉਹਨਾਂ ਨਾਲ ਸੰਵਾਦ ਹਮੇਸ਼ਾ ਹੀ ਬਹੁਤ ਆਨੰਦ ਦਿੰਦਾ। ਸੋ ਉਹਨਾਂ ਦੀ ਭੂਮਿਕਾ ਨੂੰ ਇੱਥੇ ਜ਼ਿਕਰ ਕਰਨਾ ਵੀ ਮੇਰੇ ਲਈ ਜ਼ਰੂਰੀ ਸੀ। ਅੰਤ ਵਿੱਚ ਮੈਂ ਇਹੀ ਕਹਿ ਸਕਦਾ ਕਿ ਮੈਨੂੰ ਉਮੀਦ ਆ ਕਿ ਇਹ ਭਾਸ਼ਣ ਲੜੀ ਕਹਾਣੀ ਅਤੇ ਪਾਠਕ ਦੇ ਸੰਵਾਦੀ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਵਿੱਚ ਕੁਝ ਨਾ ਕੁਝ ਭੂਮਿਕਾ ਜ਼ਰੂਰ ਅਦਾ ਕਰੂਗੀ। ਇਸ ਭੂਮਿਕਾ ਦੇ ਨਾਲ ਹੁਣ ਆਪਾਂ ਟੂਣੇਹਾਰੀ ਰੁੱਤ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ਸਹਿਮੇ ਪਲਾਂ ਦਾ ਤਮਾਸ਼ਬੀਨ ਬਾਬਤ ਗੱਲਬਾਤ ਸ਼ੁਰੂ ਕਰਦੇ ਹਾਂ। ਇਸ ਕਹਾਣੀ ਨੂੰ ਜੰਮੂ ਕਸ਼ਮੀਰ ਖਿੱਤੇ ਦੇ ਪ੍ਰਸਿੱਧ ਪੰਜਾਬੀ ਲੇਖਕ ਹਰਭਜਨ ਸਿੰਘ ਸਾਗਰ ਨੇ ਲਿਖਿਆ। ਤੁਸੀਂ ਸਾਗਰ ਹੋਰਾਂ ਬਾਰੇ ਜਾਣਕਾਰੀ ਕਿਤਾਬ ਦੇ ਅੰਤਲੇ ਪੇਜਾਂ ਤੋਂ ਲੈ ਸਕਦੇ ਹੋ, ਜਿੱਥੇ ਲੇਖਕਾਂ ਬਾਰੇ ਸੰਪਾਦਕ ਨੇ ਜਾਣਕਾਰੀ ਦਿੱਤੀ ਆ। ਕਿਉਂਕਿ ਸਾਗਰ ਹੋਰੀ ਕਸ਼ਮੀਰ ਦੇ ਖਿੱਤੇ ਨਾਲ ਸੰਬੰਧਿਤ ਨੇ, ਲਿਹਾਜ਼ਾ ਉਹਨਾਂ ਦੀਆਂ ਕਹਾਣੀਆਂ ਦੇ ਵਿਸ਼ੇ ਕਸ਼ਮੀਰ ਖੇਤਰ ਨਾਲ ਸੰਬੰਧ ਰੱਖਦੇ ਨੇ। ਇਸ ਖਿੱਤੇ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਦੁਆਰਾ ਜਿਹੜੀ ਸ਼ਬਦਾਵਲੀ ਵਰਤੀ ਗਈ ਆ, ਜਿਹੜਾ ਅੰਦਾਜ਼ ਆ ਉਹਨਾਂ ਦੀ ਕਹਾਣੀ ਬਿਆਨਣ ਦਾ, ਉਹ ਕੁਝ ਵੱਖਰਾ, ਅਤੇ ਇਹ ਜਿਹੜਾ ਵੱਖਰਾ ਉਹ ਉਹਨਾਂ ਦੀ ਕਹਾਣੀ ਨੂੰ ਖਿੱਚਵੀਂ ਬਣਾਉਂਦਾ। ਜਦੋਂ ਪਾਠਕ ਇਸ ਅੰਦਾਜ਼ ਨਾਲ ਸਾਂਝ ਪਾਉਂਦੇ ਨੇ ਤਾਂ ਇਹ ਸਾਂਝ ਉਹਨਾਂ ਨੂੰ ਆਨੰਦ ਦਿੰਦੀ ਆ। ਤੁਸੀਂ ਇਸ ਤਰ੍ਹਾਂ ਦਾ ਅਹਿਸਾਸ ਇਸ ਕਹਾਣੀ ਨੂੰ ਪੜ੍ਹਦਿਆਂ ਹੋਇਆਂ ਮਾਣ ਸਕਦੇ ਹੋ। ਇਸ ਕਹਾਣੀ ਦੇ ਸਭ ਤੋਂ ਪਹਿਲਾਂ ਸਾਡੀ ਸਿਰਲੇਖ ਵੱਲ ਨਜ਼ਰ ਜਾਂਦੀ ਹੈ। ਸਿਰਲੇਖ ਆ ਕਿ ਸਹਿਮੇ ਪਲਾਂ ਦਾ ਤਮਾਸ਼ਬੀਨ। ਕਹਾਣੀ ਦੇ ਸਿਰਲੇਖ ਦੀ ਹਮੇਸ਼ਾ ਹੀ ਕਹਾਣੀ ਵਿੱਚ ਬਹੁਤ ਅਹਿਮ ਭੂਮਿਕਾ ਰਹੀ ਆ। ਅਸੀਂ ਜਾਣਦੇ ਹਾਂ ਕਿ ਜਿਹੜਾ ਆਧੁਨਿਕ ਪੰਜਾਬੀ ਕਹਾਣੀ ਆ ਉਹਦਾ ਆਕਾਰ ਬਹੁਤ ਵੱਡਾ ਨਹੀਂ ਹੁੰਦਾ। ਆਕਾਰ ਵੱਡਾ ਕਹਿਣ ਤੋਂ ਭਾਵ ਆ ਕਿ ਉਹ ਵਿਸਥਾਰ ਦੀ ਧਾਰਨੀ ਨਹੀਂ ਹੁੰਦੀ। ਉਹਨੇ ਜਿੰਨੀ ਵੀ ਗੱਲ ਕਰਨੀ ਹੁੰਦੀ ਆ ਉਹ ਸੰਜਮੀ ਤਰੀਕੇ ਨਾਲ, ਰਮਜ਼ਮਈ ਤਰੀਕੇ ਨਾਲ ਗੱਲ ਕਰਨੀ ਹੁੰਦੀ ਹੈ। ਜੋ ਲੰਮੀ ਵੀ ਆ ਤਾਂ ਵੀ ਉਸ ਦੇ ਵਿੱਚ ਵਿਸਥਾਰ ਨਹੀਂ ਹੁੰਦਾ ਕਿ ਇੱਕ ਵੀ ਚੀਜ਼ ਇਸ ਤਰ੍ਹਾਂ ਦੀ ਨਹੀਂ ਹੁੰਦੀ ਕਿ ਜਿਹਨੂੰ ਤੁਸੀਂ ਕੱਢ ਕੇ ਬਾਹਰ ਕੱਢ ਸਕੋ। ਜੇ ਇਸ ਤਰ੍ਹਾਂ ਦਾ ਹੈਗਾ ਤਾਂ ਇਹਦਾ ਮਤਲਬ ਕਹਾਣੀ ਦੇ ਵਿੱਚ ਜਿਹੜੀ ਆ ਉਹ ਕੋਈ ਨਾ ਕੋਈ ਕਮੀ ਜ਼ਰੂਰ ਆ। ਆਪਾਂ ਇੱਕ ਕਹਾਣੀ ਬਾਰੇ ਜਦੋਂ ਫਿਊਚਰ 'ਚ ਗੱਲ ਕਰਾਂਗੇ ਇਸ ਤਰ੍ਹਾਂ ਦੀ ਗੱਲ ਸਾਡੇ ਸਾਹਮਣੇ ਆਊਗੀ। ਤਾਂ ਕਹਾਣੀ ਦਾ ਸਿਰਲੇਖ ਹਮੇਸ਼ਾ ਮਹੱਤਵਪੂਰਨ ਹੁੰਦਾ। ਕਹਾਣੀ ਦੇ ਸਿਰਲੇਖ ਨੇ ਕਹਾਣੀ ਵੱਲ ਆਕਰਸ਼ਣ ਪੈਦਾ ਕਰਨਾ ਹੁੰਦਾ, ਨਾ ਕੇਵਲ ਆਕਰਸ਼ਣ ਪੈਦਾ ਕਰਨਾ ਹੁੰਦਾ, ਉਹਨੇ ਕਹਾਣੀ ਦੇ ਵਿਸ਼ੇ ਨੂੰ ਸੁਲਝਾਉਣਾ ਹੁੰਦਾ। ਨਾਲ ਦੀ ਨਾਲ ਤੁਹਾਡੇ ਅੰਦਰ ਜੇ ਸੰਭਵ ਹੋਵੇ ਤਾਂ ਜਿਗਿਆਸਾ ਵੀ ਪੈਦਾ ਕਰਨੀ ਹੁੰਦੀ ਆ। ਕਹਾਣੀ ਦਾ ਇਹ ਮਜਬੂਰੀ ਆ ਜਾਂ ਉਹਦੀ ਆਦਤ ਆ ਜਾਂ ਉਹਦੇ ਲਈ ਕਰਨਾ ਜ਼ਰੂਰੀ ਆ ਕਿ ਉਹਨੇ ਤੁਰੰਤ ਤੁਹਾਡਾ ਧਿਆਨ ਆਪਦੇ ਵੱਲ ਖਿੱਚਣਾ ਹੁੰਦਾ, ਅਤੇ ਉਸ ਧਿਆਨ ਖਿੱਚਣ ਦੀ ਪ੍ਰਕਿਰਿਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਉਹ ਸਿਰਲੇਖ ਆ ਜਾਂਦਾ। ਤਾਂ ਜਦੋਂ ਅਸੀਂ ਇਸ ਕਹਾਣੀ ਦਾ ਸਿਰਲੇਖ ਦੇਖਦੇ ਹਾਂ ਸਹਿਮੇ ਪਲਾਂ ਦਾ ਤਮਾਸ਼ਬੀਨ, ਤਾਂ ਕਹਾਣੀ ਨੂੰ ਸਿਰਲੇਖ ਨੂੰ ਦੇਖਦਿਆਂ ਪੜ੍ਹਦਿਆਂ ਹੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਹ ਸਹਿਮੇ ਪਲ ਕੇ ਕਿਸੇ ਸੰਕਟ ਸਮੇਂ ਨਾਲ, ਕਿਸੇ ਔਖੀ ਘੜੀ ਨਾਲ ਸੰਬੰਧਿਤ ਆ। ਅਤੇ ਜਦੋਂ ਤਮਾਸ਼ਬੀਨ ਸ਼ਬਦ ਵੱਲ ਦੇਖਦੇ ਹਾਂ ਤਾਂ ਇਹ ਵੀ ਕਲੀਅਰ ਹੋ ਜਾਂਦਾ ਕਿ ਤਮਾਸ਼ਬੀਨ ਉਹ ਹੁੰਦਾ ਕਿ ਜਿਹੜਾ ਕੁਛ ਕਰ ਨਹੀਂ ਪਾਉਂਦਾ, ਜਿਹਦੇ 'ਚ ਕੁਛ ਕਰਨ ਦੀ ਸਮਰੱਥਾ ਨਹੀਂ ਹੁੰਦੀ ਹੈਗੀ, ਕਿ ਜਿਹੜਾ ਬਸ ਦੇਖਦਾ ਅਤੇ ਦੇਖਣ ਦੀ ਪ੍ਰਕਿਰਿਆ ਦੇ ਵਿੱਚ ਜੋ ਹੰਢਾਉਂਦਾ ਉਹ ਅਗਲਾ ਪਸਾਰ ਆ ਤਮਾਸ਼ਬੀਨ ਹੋਣ ਦਾ।
ਤੇ ਕਿਵੇਂ ਕਹਾਣੀ ਤੁਹਾਡੇ ਅੰਦਰ ਕੁਝ ਹੋਰ ਨੂੰ ਜਾਗਰਿਤ ਕਰ ਦਿੰਦੀ ਆ। ਜਦੋਂ ਮੈਂ ਇਸ ਦਾ ਸਿਰਲੇਖ ਪੜ੍ਹ ਰਿਹਾ ਸੀ ਤਾਂ ਮੇਰੇ ਨਾਲ ਦੀ ਨਾਲ ਜਿਹੜਾ ਵੰਡ ਆ, ਦੇਸ਼ ਵੰਡ ਆ, ਬਟਵਾਰਾ ਜਿਹੜਾ ਹੱਲੇ ਨੇ, ਉਹ ਚੇਤੇ ਆਉਣੇ ਸ਼ੁਰੂ ਹੋ ਗਏ ਕਿ ਉੱਥੇ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਤਮਾਸ਼ਬੀਨ ਬਣੇ ਸੀ। ਤੇ ਇਹ ਜਿਹੜੀ ਪ੍ਰਸ਼ਨ ਆ ਕਦੇ ਸੁਲਝਾਇਆ ਨਹੀਂ ਜਾ ਸਕਿਆ, ਅੜਾਉਣੀ ਕਦੇ ਹੱਲ ਨਹੀਂ ਕੀਤੀ ਜਾ ਸਕੀ ਕਿ ਕਿਉਂ ਲੋਕਾਂ ਨੇ ਰਿਸਪੌਂਡ ਹੁੰਗਾਰਾ ਨਹੀਂ ਭਰਿਆ ਸੀ, ਕੁਛ ਕੀਤਾ ਕਿਉਂ ਨਹੀਂ ਸੀ, ਉਹ ਤਮਾਸ਼ਬੀਨ ਕਿਉਂ ਬਣੇ ਰਹੇ ਸੀ। ਕੁਝ ਮਾਰ ਰਹੇ ਸੀ, ਬਹੁਤ ਸਾਰੇ ਮਰ ਰਹੇ ਸੀ, ਪਰ ਉਹਨਾਂ ਤੋਂ ਵੀ ਵੱਡੀ ਗਿਣਤੀ ਵਿੱਚ ਬਹੁਤ ਸਾਰੇ ਤਮਾਸ਼ਬੀਨ ਖੜੇ ਸੀ ਜਿਹੜੇ ਕੁਛ ਨਹੀਂ ਕਰ ਰਹੇ ਸੀ, ਬਸ ਦੇਖ ਰਹੇ ਸੀ। ਤਾਂ ਉਹ ਕਿਉਂ ਇਸ ਤਰੀਕੇ ਨਾਲ ਬਣੇ ਰਹੇ, ਕੀ ਕਾਰਨ ਸੀ? ਉਹ ਹਲੇ ਤੱਕ ਜਿਹੜੀ ਬਟਵਾਰੇ ਨਾਲ, ਵੰਡ ਨਾਲ ਸੰਬੰਧਿਤ ਖੋਜਾਂ ਨੇ ਜਾਂ ਸਿਰਜਣਾਤਮਕ ਲਿਖਤਾਂ ਨੇ, ਉਹਨਾਂ ਦੇ ਵਿੱਚ ਗੱਲ ਚੱਲਦੀ ਰਹਿੰਦੀ ਆ। ਉਹ ਹਵਾਲਾ ਇੱਥੇ ਵੀ ਆ ਕਿ ਇੱਥੇ ਵੀ ਹੁਣ ਸੰਕਟ ਦੇ ਪਲ ਨੇ ਤੇ ਜਿਹੜਾ ਤਮਾਸ਼ਬੀਨ ਬਣਿਆ ਉਹ ਕੌਣ ਆ ਤੇ ਉਹਦੀ ਕਹਾਣੀ ਕੀ ਆ। ਤਾਂ ਕਹਾਣੀ ਨਾ ਕੇਵਲ ਆਪਣੇ ਸਿਰਲੇਖ ਦੇ ਹਵਾਲੇ ਨਾਲ ਆਪਣੇ ਵਿਸ਼ੇ ਵੱਲ ਸੰਕੇਤ ਕਰ ਦਿੰਦੀ ਆ, ਨਾਲ ਦੀ ਨਾਲ ਇੱਕ ਜਿਗਿਆਸਾ ਪੈਦਾ ਕਰ ਦਿੰਦੀ ਆ ਕਿ ਤਮਾਸ਼ਬੀਨ ਕੌਣ ਆ ਤੇ ਉਹ ਤਮਾਸ਼ਬੀਨ ਕਿਉਂ ਆ ਤੇ ਉਹਦੇ ਨਾਲ ਕੀ ਵਾਪਰਦਾ। ਜਦੋਂ ਅਸੀਂ ਕਹਾਣੀ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਇੱਕ ਗੱਲ ਪਹਿਲੇ ਹੀ ਪੈਰੇ ਵਿੱਚ ਸਪਸ਼ਟ ਹੋ ਜਾਂਦੀ ਹੈ ਕਿ ਕਹਾਣੀ ਉੱਤਮ ਪੁਰਖੀ ਬਿਰਤਾਂਤ ਦੇ ਵਿੱਚ ਲਿਖੀ ਗਈ ਆ। ਮੈਂ ਪਾਤਰ ਆ ਉਹਦੇ ਵਿੱਚ। ਇਹ ਵੀ ਇਸ ਪੜਾਅ 'ਤੇ ਤੁਸੀਂ ਸਮਝ ਲਓ ਸ਼ੁਰੂਆਤ ਦੇ ਵਿੱਚ ਹੀ ਕਿ ਕਹਾਣੀ ਦੇ ਵਿੱਚ ਬਿਰਤਾਂਤਕਾਰ ਦੀ ਭੂਮਿਕਾ ਬਹੁਤ ਹੁੰਦੀ ਆ। ਮੁੱਖ ਤੌਰ 'ਤੇ ਪੰਜਾਬੀ ਕਹਾਣੀ ਨੂੰ ਦੋ ਤਰੀਕਿਆਂ ਨਾਲ ਲਿਖਿਆ ਗਿਆ। ਦੋ ਬਿਰਤਾਂਤਕਾਰ ਨੇ ਜਿਹੜੇ ਕਹਾਣੀ ਵਿੱਚ ਵਰਤੇ ਗਏ ਨੇ। ਇੱਕ ਨੂੰ ਅਸੀਂ ਅੰਨਿਆ ਪੁਰਖੀ ਬਿਰਤਾਂਤਕਾਰ ਕਹਿ ਦਿੰਦੇ ਹਾਂ ਤੇ ਦੂਸਰੇ ਨੂੰ ਉੱਤਮ ਪੁਰਖੀ। ਇਹਦੀ ਜੇ ਤੁਸੀਂ ਕਲਾਸਿਕ ਐਗਜ਼ਾਮਪਲ ਦੇਖਣੀ ਹੋਵੇ ਤਾਂ ਤੁਸੀਂ ਵਰਿਆਮ ਸੰਧੂ ਦੀਆਂ ਬਹੁਤੀਆਂ ਕਹਾਣੀਆਂ ਨੇ ਜਿਹੜੀਆਂ ਉਹ ਅੰਨਿਆ ਪੁਰਖੀ ਕਿ ਬਾਹਰੋਂ ਸੁਣਾ ਰਿਹਾ ਕੋਈ ਕਹਾਣੀ ਨੂੰ, ਉਹ ਦੇਖ ਸਕਦੇ ਹੋ। ਜੇ ਤੁਸੀਂ ਮੈਂ ਪਾਤਰ ਦੀਆਂ ਕਹਾਣੀਆਂ ਦੇਖਣੀਆਂ ਤਾਂ ਜਿਹੜੀਆਂ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਵਿੱਚ ਮੈਂ ਪਾਤਰ ਹੁੰਦਾ ਜਿਹੜਾ ਕਹਾਣੀ ਨੂੰ ਸੁਣਾਉਂਦਾ। ਕਹਾਣੀ ਅੰਦਰੋਂ ਹੀ ਸੁਣਾਈ ਜਾ ਰਹੀ ਆ, ਕੋਈ ਪਾਤਰ ਆ ਜਿਹੜਾ ਕਹਾਣੀ ਨੂੰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਤੇ ਕਿਹੜਾ ਬਿਰਤਾਂਤ ਵਰਤਿਆ ਜਾਂਦਾ, ਇਹ ਕਹਾਣੀ ਦੇ ਉਦੇਸ਼ ਨਾਲ ਸੰਬੰਧਿਤ ਹੁੰਦਾ, ਕਹਾਣੀ ਨੂੰ ਪ੍ਰਭਾਵਿਤ ਕਰਦਾ। ਤੇ ਇਹ ਗੱਲ ਬਹੁਤ ਰੌਚਕ ਆ ਕਿ ਜਿਹੜੀ ਸਮਕਾਲੀ ਪੰਜਾਬੀ ਕਹਾਣੀ ਆ ਉਹ ਬਹੁਤ ਜ਼ਿਆਦਾ ਫਸਟ ਪਰਸਨ ਨਰੇਸ਼ਨ ਦੇ ਵਿੱਚ ਆ, ਉੱਤਮ ਪੁਰਖੀ ਬਿਰਤਾਂਤ ਦੇ ਵਿੱਚ ਆ। ਉਹਦਾ ਕਾਰਨ ਇਹ ਵੀ ਮੰਨਿਆ ਜਾ ਸਕਦਾ ਕਿ ਇਹ ਕਹਾਣੀ ਬਾਹਰਲੇ ਸੰਸਾਰ ਨਾਲੋਂ ਜ਼ਿਆਦਾ ਅੰਦਰਲੇ ਸੰਸਾਰ ਦੀ ਗੱਲ ਕਰਦੀ ਹੈ, ਜਾਂ ਇਹ ਕਹਿ ਲਈਏ ਕਿ ਬਾਹਰਲੇ ਸੰਸਾਰ ਦੇ ਨਾਲ ਨਾਲ ਅੰਦਰਲੇ ਸੰਸਾਰ ਦੀ ਬਾਤ ਵੀ ਇਸ ਕਹਾਣੀ ਦੇ ਵਿੱਚ ਪਾਈ ਜਾਂਦੀ ਆ ਕਿ ਮਨੁੱਖ ਦੇ ਅੰਦਰ ਕੀ ਚੱਲ ਰਿਹਾ, ਉਸ ਦੇ ਅੰਦਰ ਕਿਹੜੀਆਂ ਦੁਬਿਧਾਵਾਂ ਨੇ, ਕਿਹੜੇ ਸੰਕਟ ਨੇ। ਤਾਂ ਜੇ ਇਸ ਕਹਾਣੀ ਦੇ ਵਿੱਚ ਮੈਂ ਪਾਤਰ ਨੂੰ ਬਿਰਤਾਂਤਕਾਰ ਦੇ ਰੂਪ ਦੇ ਵਿੱਚ ਵਰਤਿਆ ਗਿਆ ਤਾਂ ਨਿਰਸੰਦੇਹ ਇਹ ਕਹਾਣੀ ਇੱਥੋਂ ਹੀ ਸੰਕੇਤ ਕਰ ਦਿੰਦੀ ਹੈ ਕਿ ਇਹਦੇ ਵਿੱਚ ਜਿਹੜਾ ਮੈਂ ਪਾਤਰ ਆ ਉਹਦੇ ਮਨ ਦੇ ਵਿੱਚ ਜੋ ਚੱਲ ਰਿਹਾ, ਜੋ ਉਹਦੀ ਮਨ ਦੀਆਂ ਦੁਬਿਧਾਵਾਂ ਨੇ, ਮਨ ਦੇ ਸੰਕਟ ਨੇ, ਉਹ ਜ਼ਰੂਰ ਪੇਸ਼ ਹੋਣਗੇ। ਤਾਂ ਉਹ ਕਹਾਣੀ ਦੇ ਪਹਿਲੇ ਪੈਰੇ ਦੇ ਵਿੱਚ ਹੀ ਪੇਸ਼ ਹੋਣੇ ਸ਼ੁਰੂ ਹੋ ਜਾਂਦੇ ਨੇ। ਤੇ ਕਹਾਣੀ ਪਹਿਲੇ ਪਹਿਰੇ ਦੇ ਵਿੱਚ ਹੀ ਇੱਕ ਇਸ ਤਰ੍ਹਾਂ ਦੇ ਵਾਤਾਵਰਣ ਦਾ ਅਹਿਸਾਸ ਪਾਠਕ ਨੂੰ ਕਰਾ ਦਿੰਦੀ ਆ ਜਿਸ ਤੋਂ ਉਹਨੂੰ ਪਤਾ ਲੱਗ ਜਾਂਦਾ ਕਿ ਕੋਈ ਸੰਕਟ ਜਿਹੜਾ ਉਹ ਵਾਪਰ ਰਿਹਾ, ਸੰਕਟ ਦੀ ਘੜੀ ਦੇ ਵਿੱਚ ਕੋਈ ਮੈਂ ਪਾਤਰ ਫਸਿਆ ਹੋਇਆ। ਇਹ ਗੱਲ ਧਿਆਨਯੋਗ ਹੁੰਦੀ ਹੈ ਕਿ ਕਹਾਣੀ ਦੇ ਵਿੱਚ ਕੇਵਲ ਬਿਰਤਾਂਤਕ ਵੇਰਵੇ ਹੀ ਨਹੀਂ ਹੁੰਦੇ, ਕਹਾਣੀ ਦੇ ਵਿੱਚ ਗੈਰ ਬਿਰਤਾਂਤਕ ਵੇਰਵੇ ਵੀ ਹੁੰਦੇ ਆ। ਅਸਲ ਦੇ ਵਿੱਚ ਗੈਰ ਬਿਰਤਾਂਤਕ ਵੇਰਵਿਆਂ ਕਾਰਨ ਹੀ ਬਿਰਤਾਂਤ ਸਫਲ ਬਣਦਾ। ਜਿਵੇਂ ਕਹਾਣੀ ਦਾ ਸ਼ੁਰੂ ਦਾ ਪਹਿਰਾ ਤੁਸੀਂ ਜੇ ਪੜ੍ਹੋ, ਉਹ ਇੱਕ ਤਰ੍ਹਾਂ ਨਾਲ ਗੈਰ ਬਿਰਤਾਂਤਕ ਆ, ਇੱਕ ਤਰ੍ਹਾਂ ਦੇ ਵਾਤਾਵਰਣ ਦੀ ਸਿਰਜਣਾ ਕਰ ਰਿਹਾ, ਪਰ ਉਹ ਜਿਹੜੀ ਕਹਾਣੀ ਦੀ ਧੁਨ ਆ ਉਹਨੂੰ ਤੁਹਾਡੇ ਤੱਕ ਪਹੁੰਚਾਉਣ ਜਾਂ ਕਹਾਣੀ ਦੀ ਧੁਨ ਨੂੰ ਤੁਹਾਡੇ ਨਾਲ ਜੋੜਨ ਦੇ ਵਿੱਚ ਸਹਾਇਕ ਹੁੰਦਾ। ਇਸ ਤਰੀਕੇ ਨਾਲ ਕਹਾਣੀ ਦੇ ਵਿੱਚ ਹੋਰ ਬਹੁਤ ਸਾਰੇ ਵੇਰਵੇ ਆਉਂਦੇ ਆ ਜਿਹੜੇ ਉਸ ਮਾਹੌਲ ਨੂੰ, ਉਸ ਸੰਕਟ ਦੀਆਂ ਘੜੀਆਂ ਨੂੰ, ਉਸ ਦੁਖਦ ਪਲਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ। ਇਸ ਤਰ੍ਹਾਂ ਪਹੁੰਚਾਉਂਦੇ ਕਿ ਤੁਹਾਨੂੰ ਸੱਚੇ ਲੱਗਦੇ ਆ, ਤੁਸੀਂ ਉਹਨਾਂ ਦਾ ਅਹਿਸਾਸ ਕਰ ਸਕਦੇ ਹੋ। ਜੇ ਇਹ ਵੇਰਵੇ ਨਾ ਹੋਣ ਜਾਂ ਠੀਕ ਤਰ੍ਹਾਂ ਨਾਲ ਪੇਸ਼ ਹੋਣ ਤਾਂ ਤੁਸੀਂ ਕਹਾਣੀ ਦੀ ਸੁਰ ਨਾਲ ਸੁਰ ਨਹੀਂ ਮਿਲਾ ਪਾਉਂਦੇ ਹੈਗੇ। ਉਵੇਂ ਜਿਵੇਂ ਕੋਈ
ਕਿਸੇ ਫਿਲਮ ਦੇ ਵਿੱਚ ਕੋਈ ਬਹੁਤ ਉਦਾਸੀ ਵਾਲਾ ਸੀਨ ਹੋਵੇ ਪਰ ਉਹ ਠੀਕ ਤਰ੍ਹਾਂ ਨਾਲ ਪੇਸ਼ ਨਾ ਹੋਵੇ ਤੇ ਤੁਸੀਂ ਹੱਸਣਾ ਸ਼ੁਰੂ ਕਰ ਦਿੰਦੇ ਹੋ। ਤੇ ਕਹਾਣੀ ਲਈ ਇਹ ਬਹੁਤ ਜ਼ਰੂਰੀ ਹੁੰਦਾ ਕਿ ਉਹ ਪਾਠਕ ਨੂੰ ਉਸ ਅਹਿਸਾਸ ਨਾਲ, ਉਸ ਵਾਤਾਵਰਨ ਨਾਲ ਜੋੜ ਸਕੇ ਜਿਹੜਾ ਕਹਾਣੀ ਦੇ ਵਿੱਚ ਪੇਸ਼ ਹੋ ਰਿਹਾ। ਤੇ ਇਹ ਕਹਾਣੀ ਪਹਿਲੇ ਪੈਰੇ ਵਿੱਚ ਹੀ ਇਸ ਤਰ੍ਹਾਂ ਦੇ ਅਹਿਸਾਸ ਦੀ ਵਾਤਾਵਰਨ ਦੀ ਸਿਰਜਣਾ ਕਰਦੀ ਹੈ ਕਿ ਪਾਠਕ ਨੂੰ ਉਹਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਕਿਸ ਤਰ੍ਹਾਂ ਦਾ ਜਿਹੜਾ ਸੰਕਟ ਆ। ਕਹਾਣੀ ਭਾਵੇਂ ਵਾਪਰਨ ਸਥਾਨ ਦੇ ਕੋਈ ਬਹੁਤ ਸਪਸ਼ਟ ਵੇਰਵੇ ਨਹੀਂ ਦਿੰਦੀ ਹੈਗੀ, ਪਰ ਸਹਿਜੇ ਹੀ ਪਤਾ ਲੱਗ ਜਾਂਦਾ ਕਿ ਜਿਹੜੀ ਕਹਾਣੀ ਆ ਉਹ ਕਸ਼ਮੀਰ ਦੇ ਕਿਸੇ ਸ਼ਹਿਰ ਦੇ ਵਿੱਚ ਵਾਪਰ ਰਹੀ ਆ, ਕਿਉਂਕਿ ਉਹਦੇ ਵਿੱਚ ਉਹ ਆਉਂਦਾ ਜ਼ਿਕਰ ਕਿ ਉਹਦੇ ਕੋਲ ਕਾਂਗੜੀ ਸੀ, ਹੈ ਨਾ। ਇਸ ਤਰੀਕੇ ਦੇ ਵੇਰਵਿਆਂ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਕਹਾਣੀ ਕਸ਼ਮੀਰ ਦੇ ਸੰਕਟ ਨਾਲ ਸੰਬੰਧਿਤ ਆ। ਕਹਾਣੀ ਬਹੁਤ ਛੇਤੀ ਉਸ ਮਾਹੌਲ ਦੀ ਤੇ ਮੈਂ ਪਾਤਰ ਦੀ ਮਾਨਸਿਕਤਾ ਦਾ ਜ਼ਿਕਰ ਕਰਨ ਤੋਂ ਬਾਅਦ ਜਿਹੜੀ ਆ ਵਰਤਮਾਨ ਦੇ ਵਿੱਚ ਵਾਪਸ ਆ ਜਾਂਦੀ, ਜਿਹੜਾ ਕਹਾਣੀ ਦਾ ਵਰਤਮਾਨ ਜਿੱਥੇ ਕਹਾਣੀ ਘਟ ਰਹੀ ਆ। ਤੇ ਇਸ ਵਰਤਮਾਨ ਦੇ ਵਿੱਚ ਜਿਹੜਾ ਪਹਿਲਾ ਹੀ ਦ੍ਰਿਸ਼ ਆ ਉਹ ਬੰਬ ਧਮਾਕੇ ਨਾਲ ਹੋਈ ਹਿੰਸਾ ਦਾ। ਇੱਕ ਤੋਂ ਬਾਅਦ ਦੋ ਬੰਬ ਧਮਾਕੇ ਹੁੰਦੇ ਆ ਤੇ ਇਹ ਮੈਂ ਪਾਤਰ ਦੇ ਨੁਕਤਾ ਨਜ਼ਰ ਤੋਂ ਇੱਕ ਇੱਥੇ ਦ੍ਰਿਸ਼ ਪੇਸ਼ ਹੁੰਦਾ ਤੇ ਇਹ ਦ੍ਰਿਸ਼ ਜਿਹੜਾ ਉਹ ਸੰਖੇਪਤਾ ਦੀ ਜੁਗਤ ਨਾਲ ਸਿਰਜਿਆ ਗਿਆ। ਸੰਖੇਪਤਾ ਦੀ ਜੁਗਤ ਮਤਲਬ ਕਿ ਛੋਟੇ ਛੋਟੇ ਜਿਹੜੇ ਵਾਕ ਨੇ ਉਹਨਾਂ ਦੇ ਰਾਹੀਂ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਧਮਾਕਿਆਂ ਦੇ ਨਾਲ ਜਿਹੜੀ ਹਿੰਸਾ ਆਲੇ ਦੁਆਲੇ ਪਸਰ ਗਈ ਸੀ, ਜਿਹਦੇ ਵਿੱਚ ਬਹੁਤ ਸਾਰੀਆਂ ਜਾਨਾਂ ਗਈਆਂ ਸੀ। ਤੇ ਇੱਕ ਇਸ ਤਰ੍ਹਾਂ ਦਾ ਜ਼ਿਕਰ ਵੀ ਆਉਂਦਾ ਕਿ ਇੱਕ ਲੜਕੀ ਦੀ ਜਿਹੜੀ ਚੂੜੇ ਵਾਲੀ ਬਾਂਹ ਉਹ ਉਹਦੀ ਦੇਹ ਤੋਂ ਅਲੱਗ ਹੋ ਗਈ ਸੀ ਤੇ ਉਹ ਤਾਰ ਤੇ ਟੰਗੀ ਪਈ ਸੀ। ਇੱਥੇ ਹੀ ਕਹਾਣੀ ਦਾ ਇੱਥੇ ਆ ਕੇ ਕਹਾਣੀ ਦੇ ਵਿੱਚ ਪਹਿਲੀ ਚੀਜ਼ ਜਿਹੜੀ ਉਹ ਗੌਲਣਯੋਗ ਵਾਪਰਦੀ ਹੈ ਕਿ ਉਹ ਜਿਹੜੀ ਬਾਂਹ ਉੱਪਰ ਟੰਗੀ ਹੋਈ ਹੈ ਤਾਰ ਦੇ ਉੱਪਰ, ਉਹਦੀਆਂ ਬੂੰਦਾਂ ਮੈਂ ਪਾਤਰ ਦੀ ਪੱਗ ਤੇ ਡਿੱਗ ਜਾਂਦੀਆਂ ਨੇ। ਜਦੋਂ ਮੈਂ ਪਾਤਰ ਦੀ ਪੱਗ ਤੇ ਡਿੱਗਦੀਆਂ ਨੇ ਤਾਂ ਇੱਕ ਪਾਲੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰਾਉਂਦਾ ਕਿ ਜਿਵੇਂ ਨਹੀਂ ਮੇਰਾ ਕੋਈ ਇਸ ਦੇ ਨਾਲ ਸੰਬੰਧ ਨਹੀਂ ਹੈਗਾ, ਤੇ ਉਹ ਫਟਾਫਟ ਇਹਦੇ ਤੋਂ ਦੂਰ ਕਰ ਲੈਂਦਾ ਕਿ ਇਹ ਵੀ ਉੱਥੇ ਇਸ ਤਰ੍ਹਾਂ ਦਾ ਜ਼ਿਕਰ ਵੀ ਲੇਖਕ ਕਰਦਾ ਮੈਂ ਪਾਤਰ ਦੇ ਰਾਹੀਂ ਕਿ ਉਹ ਤਾਂ ਬਸ ਤਮਾਸ਼ਬੀਨ ਆ ਤੇ ਉਹਦਾ ਇਸ ਨਾਲ ਕੋਈ ਸੰਬੰਧ ਨਹੀਂ। ਤੇ ਕਿਉਂਕਿ ਉਹ ਤਮਾਸ਼ਬੀਨ ਆ ਇਸ ਕਰਕੇ ਉਹਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ। ਪਰ ਨਾਲ ਦੀ ਨਾਲ ਉਹਦੇ ਅੰਦਰੋਂ ਇੱਕ ਆਵਾਜ਼ ਇਹ ਵੀ ਆਉਂਦੀ ਆ, ਇੱਕ ਇਸ ਤਰ੍ਹਾਂ ਦਾ ਅਹਿਸਾਸ ਕਰਵਟਾਂ ਲੈਣ ਲੱਗਦਾ ਕਿ ਕਿਤੇ ਉਹਦਾ ਜ਼ਮੀਰ ਤਾਂ ਨਹੀਂ ਮਰ ਗਿਆ। ਤੇ ਜਿਹੜੀਆਂ ਇਹ ਬੂੰਦਾਂ ਖੂਨ ਦੀਆਂ ਉਹਦੀ ਪੱਗ ਤੇ ਡਿੱਗੀਆਂ ਨੇ ਕਿਤੇ ਉਹਦੇ ਜ਼ਮੀਰ ਨੂੰ ਜਗਾ ਤਾਂ ਨਹੀਂ ਰਹੀਆਂ। ਤਾਂ ਕਹਾਣੀ ਜਿਹੜੀ ਆ ਉਹ ਯਥਾਰਥ ਦੇ ਨਾਲ ਸਿੰਬੋਲਿਕ ਪ੍ਰਤੀਕਾਤਮਕ ਹੋਣੀ ਵੀ ਸ਼ੁਰੂ ਹੋ ਜਾਂਦੀ ਆ। ਇਸੇ ਤਰੀਕੇ ਨਾਲ ਇੱਕ ਵਾਕ ਜਿਹੜਾ ਉਹ ਦੇਖਣ ਯੋਗ ਆ। ਇਸ ਤਰ੍ਹਾਂ ਦੇ ਵਾਕ ਕਹਾਣੀ ਨੂੰ ਗਹਿਰਾ ਕਰਦੇ ਆ। ਇਸ ਤਰ੍ਹਾਂ ਦੀਆਂ ਰਮਜ਼ਾਂ ਹੀ ਕਹਾਣੀ ਨੂੰ ਸਧਾਰਨ ਗੱਲਬਾਤ ਤੋਂ ਅਲੱਗ ਕਰ ਦਿੰਦੀਆਂ ਨੇ। ਉਹ ਵਾਕ ਹੈਗਾ ਕਿ ਖੌਰੇ ਉਸ ਦਾ ਲਹੂ ਮੇਰੀ ਪੱਗ ਨੂੰ ਕਿਉਂ ਰੰਗ ਗਿਆ, ਜਿਸ ਦਾ ਅਪਰਾਧ ਨਾਲ ਕੋਈ ਸੰਬੰਧ ਨਹੀਂ, ਜੋ ਕੁਝ ਵੀ ਕਰਨ ਜੋਗਾ ਨਹੀਂ ਅਤੇ ਜੋ ਕੇਵਲ ਤਮਾਸ਼ਾ ਹੀ ਵੇਖ ਸਕਦਾ। ਇਹ ਪੇਸ਼ਕਾਰੀ ਹੁਣ ਰਮਜ਼ਮਈ ਆ। ਕਿਉਂ ਪੇਸ਼ਕਾਰੀ ਰਮਜ਼ਮਈ ਆ? ਕਿਉਂਕਿ ਇਹ ਹੁਣ ਪੱਗ ਨੂੰ ਇੱਕ ਚਿਹਨ ਵਜੋਂ ਕਹਾਣੀ ਵਰਤਣਾ ਸ਼ੁਰੂ ਕਰ ਦਿੰਦੀ ਆ। ਤੇ ਜਦੋਂ ਕਹਾਣੀ ਦੇ ਵਿੱਚ ਰਮਜ਼ਾਂ ਹੋਣੀਆਂ ਸ਼ੁਰੂ ਹੋ ਜਾਣ, ਸੁਝਾਅਮਈ ਹੋਣਾ ਸ਼ੁਰੂ ਹੋ ਜਾਏ, ਤਾਂ ਉਹ ਕਹਾਣੀ ਦੀ ਪ੍ਰਾਪਤੀ ਬਣਦਾ। ਕਿਉਂਕਿ ਅਸੀਂ ਇਹ ਕਹਾਣੀ ਦੇ ਸਿਧਾਂਤ ਵਿੱਚ ਪੜ੍ਹਦੇ ਆਏ ਹਾਂ ਕਿ ਚੰਗੀ ਕਹਾਣੀ ਉਹ ਆ ਜਿਹਦੇ ਵਿੱਚ ਕੋਈ ਰਮਜ਼ ਹੋਵੇ, ਜਿਹਦੇ ਵਿੱਚ ਕੋਈ ਸੁਝਾਅ ਹੋਵੇ, ਕਿ ਮਤਲਬ ਕਿ ਜੋ ਦੱਸਿਆ ਜਾ ਰਿਹਾ ਉਸ ਤੋਂ ਵੱਧ ਗੱਲ ਹੋਵੇ, ਉਸ ਤੋਂ ਆਰ ਪਾਰ ਕੋਈ ਜਿਹੜੇ ਸੰਕੇਤ ਉਹ ਕੀਤੇ ਜਾਣ। ਤਾਂ ਜਦੋਂ ਇਹ ਪੱਗ ਵਾਲੀ ਗੱਲ, ਪੱਗ ਤੇ ਖੂਨ ਡਿੱਗਣ ਦਾ ਜ਼ਿਕਰ ਆਉਂਦਾ ਤਾਂ ਕਹਾਣੀ ਜਿਹੜੀ ਆ ਉਹ ਰਮਜ਼ਮਈ ਹੋਣੀ ਸ਼ੁਰੂ ਹੋ ਜਾਂਦੀ। ਉਹ ਰਮਜ਼ ਕਿਸ ਪਾਸੇ ਵੱਲ ਜਾਂਦੀ ਹੈ ਉਹਦਾ ਜ਼ਿਕਰ ਵੀ ਆਪਾਂ ਹੁਣ ਕਰਾਂਗੇ। ਤਾਂ ਜਿਹੜੀ ਇਹ ਜਦੋਂ ਇਹ ਸਵਾਲ ਨੂੰ ਮੁਖਾਤਬ ਹੁੰਦਾ ਕਿ ਕਿਤੇ ਜ਼ਮੀਰ ਤਾਂ ਨਹੀਂ ਮਰ ਗਈ, ਤਾਂ ਇਹ ਪਾਠਕ ਨੂੰ ਵੀ ਆਪਣੇ ਘੇਰੇ 'ਚ ਲੈ ਲੈਂਦਾ ਕਿ ਉਸ ਦੇ ਆਲੇ ਦੁਆਲੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ ਨੇ ਤੇ ਉਹ ਕਿਵੇਂ ਹੁੰਗਾਰਾ ਭਰਦਾ। ਪਾਠਕ ਨੂੰ ਕਹਾਣੀ ਪੜ੍ਹਨੀ ਵੀ ਇਸ ਤਰੀਕੇ ਨਾਲ ਚਾਹੀਦੀ ਆ ਕਿ ਉਹ ਉਸ ਦੇ ਨਾਲ ਇਸ ਤਰ੍ਹਾਂ ਸੰਵਾਦ ਕਰੇ ਕਿ ਜਿਵੇਂ ਅਸੀਂ ਜਿਉਂਦੇ ਜਾਗਦੇ ਵਿਅਕਤੀਆਂ ਨਾਲ ਕਰ ਰਹੇ ਹੁੰਦੇ ਹਾਂ। ਤਾਂ ਜਿਹੜੀ
ਜਿਹੜੀ ਉਸ ਦੀ ਦੁਬਦਾ, ਜਿਹੜੀ ਮੈਂ ਪਾਤਰ ਦੀ ਦੁਬਦਾ ਕਿ ਉਹ ਜ਼ਮੀਰ ਤਾਂ ਨਹੀਂ ਮਰ ਰਿਹਾ, ਕਿ ਤਮਾਸ਼ਬੀਨ ਬਣਿਆ ਰਹੇ, ਉਹ ਦੁਬਦਾ ਅਲਟੀਮੇਟਲੀ ਸਾਡੇ ਤੱਕ ਵੀ ਪਹੁੰਚਦੀ ਆ ਕਿ ਕਹਾਣੀ ਪਾਠਕ ਨਾਲ ਵੀ ਇਹ ਸੰਵਾਦ ਵਿੱਚ ਪੈ ਜਾਂਦੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਸੰਕਟ ਦੇ ਪਲ ਹੁੰਦੇ ਆ ਤਾਂ ਉਹ ਵੀ ਕਿਤੇ ਤਮਾਸ਼ਬੀਨ ਹੀ ਤਾਂ ਨਹੀਂ ਬਣਿਆ ਰਹਿ ਜਾਂਦਾ, ਉਹ ਵੀ ਤਾਂ ਨਹੀਂ ਇਸੇ ਤਰ੍ਹਾਂ ਨਾਲ ਕਰਦਾ ਹੈਗਾ ਕਿ ਕੋਈ ਗੱਲ ਨਹੀਂ, ਇਹ ਕਿਹੜਾ ਮੇਰਾ ਮੁੱਦਾ, ਮੈਨੂੰ ਕੀ ਲੋੜ ਆ, ਸਾਡੀ ਜਿਹਦੇ ਨਾਲ ਹੁੰਦਾ ਉਹ ਹੁੰਦਾ ਰਹੇ। ਇੱਕ ਇਸ ਕਹਾਣੀ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਪਸਾਰ ਕਿ ਜਦੋਂ ਖੂਨ ਦੀਆਂ ਬੂੰਦਾਂ ਪੱਗ ਉੱਤੇ ਡਿੱਗਦੀਆਂ ਨੇ ਤਾਂ ਇਹ ਤਾਂ ਸੰਕੇਤ ਸਪਸ਼ਟ ਹੋ ਜਾਂਦਾ ਕਿ ਜਿਹੜਾ ਮੈਂ ਪਾਤਰ ਆ ਉਹ ਇੱਕ ਸਿੱਖ ਵਿਅਕਤੀ ਆ, ਤੇ ਪੱਗ ਦਾ ਸਿੰਬਲ ਸਿੱਖ ਵਿਅਕਤੀ ਲਈ, ਪੱਗ ਦਾ ਹੋਣਾ ਸਿੱਖ ਲਈ ਇੱਕ ਵੱਖਰੇ ਤਰ੍ਹਾਂ ਦਾ ਅਰਥ ਆ। ਪੱਗ ਦੇ ਹਵਾਲੇ ਨਾਲ ਇਹ ਸਪਸ਼ਟ ਹੋ ਜਾਂਦਾ ਕਿ ਮੈਂ ਪਾਤਰ ਜਿਹੜਾ ਉਹ ਇੱਕ ਸਿੱਖ ਵਿਅਕਤੀ ਆ, ਤੇ ਉਹ ਸਿੱਖ ਜਿਹੜਾ ਕਸ਼ਮੀਰ ਦੇ ਵਿੱਚ ਰਹਿ ਰਿਹਾ, ਤੇ ਇਹਦੇ ਨਾਲ ਹੀ ਉਹ ਪ੍ਰਪੇਖ ਵੀ ਸਾਹਮਣੇ ਆ ਜਾਂਦਾ ਕਿ ਜਿਹਦੇ ਵਿੱਚ ਹੁਣ ਕਸ਼ਮੀਰ ਦੇ ਵਿੱਚ ਜਿਹੜੇ ਨੇ ਉਹ ਸਿੱਖ ਨੇ ਤੇ ਉਹ ਘੱਟ ਗਿਣਤੀ ਵਿੱਚ ਨੇ, ਤੇ ਜਿਹੜੇ ਕਸ਼ਮੀਰੀ ਸਿੱਖ ਨੇ ਉਹ ਕਿਵੇਂ ਇਸ ਸੰਕਟ ਨੂੰ ਹੁੰਗਾਰਾ ਭਰਨ, ਉਹ ਕਿਸ ਤਰ੍ਹਾਂ ਦੀ ਦੁਬਦਾ ਦਾ ਸ਼ਿਕਾਰ ਹੋ ਗਏ ਨੇ, ਉਹ ਇਸ ਪਾਤਰ ਦੀ ਦੁਬਦਾ ਦੇ ਹਵਾਲੇ ਨਾਲ ਵੀ ਸਾਡੇ ਸਾਹਮਣੇ ਗੱਲ ਆ ਜਾਂਦੀ। ਪੱਗ ਦੇ ਹਵਾਲੇ ਨਾਲ ਕਹਾਣੀ ਵਿੱਚ ਇੱਕ ਦਿਲ ਨੂੰ ਖਿੱਚ ਲੈਣ ਵਾਲਾ ਵਾਕ ਆਉਂਦਾ। ਇਹ ਵਾਕ ਉਦੋਂ ਆਉਂਦਾ ਜਦੋਂ ਮੈਂ ਪਾਤਰ ਮੌਤ ਤੋਂ ਡਰਦਾ ਭੱਜਦਾ ਫਿਰਦਾ ਹੈ। ਵਾਕ ਕੀ ਆ? ਪਰ ਐਸਾ ਜੀਣਾ ਵੀ ਕੀ ਜੀਣਾ, ਸਹਿਮ ਸਹਿਮ ਕੇ, ਮਰ ਮਰ ਕੇ, ਫਿਰ ਜਦ ਪੱਗ ਹੀ ਲਹੂ ਦੇ ਛਿੱਟਿਆਂ ਨਾਲ ਪਲੀਤ ਹੋ ਗਈ ਹੋਵੇ। ਇੱਥੇ ਪੱਗ ਦਾ ਲਹੂ ਦੇ ਛਿੱਟਿਆਂ ਨਾਲ ਪਲੀਤ ਹੋਣਾ ਇਸ ਕਾਰਨ ਅਹਿਮ ਹੈ ਕਿ ਪੱਗ ਇੱਕ ਸੱਭਿਆਚਾਰਕ ਅਤੇ ਧਾਰਮਿਕ ਪ੍ਰਤੀਕ ਜਾਂ ਚਿੰਨ੍ਹ ਹੈ, ਤੇ ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਕਿ ਪ੍ਰਤੀਕਾਂ ਚਿੰਨ੍ਹਾਂ ਵਿੱਚ ਬਹੁਤ ਤਾਕਤ ਹੁੰਦੀ ਹੈ। ਇਹਨਾਂ ਦੇ ਬਦਲੇ ਕੀ ਕੁਝ ਨਹੀਂ ਕੀਤਾ ਜਾ ਸਕਦਾ, ਮਰਿਆ ਜਾ ਸਕਦਾ, ਮਾਰਿਆ ਜਾ ਸਕਦਾ। ਤੇ ਸਿੱਖ ਪੰਜਾਬੀ ਸੱਭਿਆਚਾਰ ਵਿੱਚ ਪੱਗ ਪ੍ਰਤੀਕ ਹੈ ਸੰਘਰਸ਼ ਦੀ, ਪ੍ਰਤੀਰੋਧ ਦੀ, ਇੱਜ਼ਤ ਦੀ, ਅਣਖ ਦੀ, ਤੇ ਸਭ ਤੋਂ ਜ਼ਿਆਦਾ ਦੂਜੇ ਲਈ ਮਰ ਮਿਟ ਜਾਣ ਦੀ। ਮੈਂ ਪਾਤਰ ਦੀ ਪੀੜਾ ਦਾ ਵਧੇਰੇ ਸਬੱਬ ਪੱਗ ਦੇ ਹਵਾਲੇ ਨਾਲ ਮਿਲੀ ਉਸ ਦੀ ਸੱਭਿਆਚਾਰਕ ਧਾਰਮਿਕ ਹਸਤੀ ਦੇ ਢਹਿ ਢੇਰੀ ਹੋ ਜਾਣ ਨਾਲ ਹੀ ਜੁੜਿਆ ਹੋਇਆ। ਤਾਂ ਜਿਹੜੀ ਕਲਚਰਲ ਮੈਮਰੀ ਹੈ, ਜਿਹੜੀ ਸੱਭਿਆਚਾਰਕ ਯਾਦ ਆ ਪੱਗ ਦੀ ਅੰਦਰ, ਉਸ ਦੇ ਅੰਦਰ ਮਗ ਰਹੀ ਆ, ਤੇ ਉਹ ਪੱਗ ਦੇ ਹੁੰਦਿਆਂ ਹੋਇਆਂ ਕੁਛ ਨਹੀਂ ਕਰ ਪਾਉਂਦਾ, ਤਮਾਸ਼ਬੀਨ ਬਣਿਆ ਹੋਇਆ। ਇਹ ਗੱਲ ਉਹਨੂੰ ਨਿਹਾਇਤ ਹੀ ਤੰਗ ਕਰਦੀ ਹੈ, ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ। ਕਹਾਣੀ ਇੱਥੇ ਤੱਕ ਪਹੁੰਚਦਿਆਂ ਪਾਠਕ ਨੂੰ ਡਰ, ਦਹਿਸ਼ਤ, ਉਦਾਸੀ ਤੇ ਨਿਰਾਸ਼ਤਾ ਦੇ ਭਾਵ ਪਹੁੰਚਾਉਣ ਤੱਕ ਸਫਲ ਹੋ ਜਾਂਦੀ ਆ। ਕਹਾਣੀ ਦੇ ਸ਼ੁਰੂ ਵਾਲੇ ਹਿੱਸੇ ਵਿੱਚ ਮੌਤ ਦਾ ਜ਼ਿਕਰ ਇੱਕ ਯਥਾਰਥ ਦੇ ਰੂਪ ਵਿੱਚ ਹੁੰਦਾ ਤੇ ਇੱਕ ਪ੍ਰਤੀਕ ਦੇ ਰੂਪ ਵਿੱਚ ਵੀ ਹੁੰਦਾ। ਕਹਾਣੀ ਵਿੱਚ ਮੌਤ ਬੰਦੇ ਦੇ ਅੰਦਰੋਂ ਉਸ ਬੰਦਿਆਈ ਦੇ ਮਰ ਜਾਣ ਨੂੰ ਚਿੰਨ੍ਹਿਤ ਕਰਦੀ ਆ, ਜਿਸ ਨਾਲ ਹਿੰਸਾ ਨੂੰ ਜੁਰਤ ਨਾਲ ਸਿੱਧੀ ਟੱਕਰ ਦੇ ਨਹੀਂ ਹੁੰਦੀ ਜਾਂ ਦੇ ਨਹੀਂ ਪਾਉਂਦਾ ਕੋਈ। ਸੋ ਜਿਹੜੀ ਕਹਾਣੀ ਦੇ ਵਿੱਚ ਮੌਤ ਦਾ ਬਾਰ-ਬਾਰ ਜ਼ਿਕਰ ਆਉਂਦਾ, ਉਹ ਮੌਤ ਕੇਵਲ ਦੇਹਿਕ ਮੌਤ ਨਹੀਂ ਹੈਗੀ, ਉਹ ਅੰਦਰੋਂ ਕੁਛ ਮਰ ਜਾਣ ਦੀ ਮੌਤ ਵੀ ਹੈਗੀ ਆ। ਕਹਾਣੀ ਦਾ ਅਗਲਾ ਪੜਾਅ ਉਦੋਂ ਸ਼ੁਰੂ ਹੁੰਦਾ, ਜਾਂ ਕਹੋ ਕਿ ਕਹਾਣੀ ਦਾ ਦੂਸਰਾ ਪੜਾਅ ਉਦੋਂ ਸ਼ੁਰੂ ਹੁੰਦਾ ਜਦੋਂ ਮੈਂ ਪਾਤਰ ਇੱਕ ਮੈਟਾਡੋਰ ਵਿੱਚ ਸਵਾਰ ਹੋ ਜਾਂਦਾ। ਕਹਾਣੀ ਦਾ ਬਿਰਤਾਂਤ ਹੁਣ ਬਾਹਰ ਬੰਬ ਧਮਾਕਿਆਂ ਵਾਲੀ ਜਗ੍ਹਾ ਤੋਂ ਸ਼ਿਫਟ ਹੋ ਕੇ ਜਿਹੜੇ ਮੈਟਾਡੋਰ ਦੇ ਅੰਦਰ ਜੋ ਦ੍ਰਿਸ਼ ਆ ਉਹਦੇ ਤੇ ਕੇਂਦਰਿਤ ਹੋ ਜਾਂਦਾ। ਗੱਲ ਸਪਸ਼ਟ ਆ ਕਿ ਜਿਹੜਾ ਨੁਕਤਾ ਨਜ਼ਰ ਆ ਉਹ ਸਾਰੀ ਕਹਾਣੀ ਦੇ ਵਿੱਚ ਮੈਂ ਪਾਤਰ ਦਾ ਹੀ ਬਣਿਆ ਰਹਿੰਦਾ ਕਿ ਮੈਂ ਪਾਤਰ ਦੇ ਨੁਕਤਾ ਨਜ਼ਰ ਤੋਂ ਚੀਜ਼ਾਂ ਨੂੰ ਬਿਆਨਿਆ ਗਿਆ। ਤੇ ਇੱਥੇ ਮੈਟਾਡੋਰ ਦੇ ਵਿੱਚ ਜਿਹੜੀ ਦਹਿਸ਼ਤ ਤੇ ਉਦਾਸੀ ਦੇ ਭਾਵ ਨੇ ਉਹਨਾਂ ਨੂੰ ਚਿਤਰਨ ਲਈ ਮੌਸਮ ਅਤੇ ਚੁਗਿਰਦੇ ਦੇ ਵੇਰਵੇ ਲਗਾਤਾਰ ਕਹਾਣੀ ਦੇ ਵਿੱਚ ਦਰਜ ਕੀਤੇ ਜਾਂਦੇ ਨੇ। ਮਿਸਾਲ ਦੇ ਤੌਰ ਤੇ ਇਹ ਵਾਕ ਹੀ ਦੇਖਿਆ ਜਾ ਸਕਦਾ ਕਿ ਇਹ ਉਚਾਰ ਹੀ ਦੇਖਿਆ ਜਾ ਸਕਦਾ ਕਿ ਸਖਤ ਸਰਦੀ ਨਾਲ ਸ਼ੀਸ਼ਿਆਂ ਤੇ ਧੁੰਦ ਦੀ ਪਤਲੀ ਜਿਹੀ ਤਹਿ ਚੜੀ ਹੋਣ ਕਾਰਨ ਬਾਹਰ ਕੁਝ ਨਹੀਂ ਦਿਸ ਰਿਹਾ। ਡਰਾਈਵਰ ਇੱਕ ਮੈਲੇ ਜਿਹੇ ਕੱਪੜੇ ਨਾਲ ਬਾਰ-ਬਾਰ ਸਾਹਮਣੇ ਵਾਲਾ ਸ਼ੀਸ਼ਾ ਸਾਫ਼ ਕਰਦਾ, ਪਰ ਧੁੰਦ ਵੀ ਕਿਸੇ ਸ਼ਰਾਰਤੀ ਬੱਚੇ ਵਾਂਗ ਮੁੜ-ਮੁੜ ਸ਼ੀਸ਼ੇ ਤੇ ਫੈਲ ਜਾਂਦੀ।
ਇੱਥੇ ਧੁੰਦ ਦਾ ਸ਼ੀਸ਼ੇ ਤੇ ਬਾਰ-ਬਾਰ ਫੈਲ ਜਾਣਾ ਇੱਕ ਪਾਸੇ ਮੌਸਮ ਦੀ ਪੇਸ਼ਕਾਰੀ ਹੈ ਅਤੇ ਦੂਜੇ ਪਾਸੇ ਚੁਕੇਦੇ ਵਿੱਚ ਵਿਆਪਤ ਦਹਿਸ਼ਤ ਭਰੇ ਮਾਹੌਲ ਦੀ। ਅਜਿਹੇ ਮਾਹੌਲ ਦੀ ਜਿਸ ਵਿੱਚ ਕੁਝ ਵੀ ਸਾਫ਼ ਨਹੀਂ ਦਿਸ ਰਿਹਾ, ਚਾਰੇ ਪਾਸੇ ਧੁੰਦੂਕਾਰਾ ਹੈ। ਕਹਾਣੀ ਦੀ ਭਾਸ਼ਾ ਦੀ ਇਹ ਖੂਬੀ ਆ ਕਿ ਇਹ ਇੱਕੋ ਵੇਲੇ ਯਥਾਰਥ ਨੂੰ ਵੀ ਪੇਸ਼ ਕਰਦੀ ਆ ਤੇ ਯਥਾਰਥ ਤੋਂ ਅਗਾਂਹ ਕੁਝ ਹੋਰ ਵੀ ਸੁਝਾਉਂਦੀ ਹੈ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਗਲਪ ਦੀ ਭਾਸ਼ਾ ਸਧਾਰਨ ਬੋਲਚਾਲ ਦੀ ਭਾਸ਼ਾ ਵਰਗੀ ਹੁੰਦੀ ਹੋਈ ਵੀ ਉਸ ਤੋਂ ਵੱਖਰੀ ਕਿਵੇਂ ਹੁੰਦੀ ਆ ਜਾਂ ਉਸ ਤੋਂ ਵੱਖਰੀ ਹੁੰਦੀ ਆ। ਇਹ ਕਿਵੇਂ ਵੱਖਰੀ ਹੁੰਦੀ ਆ, ਇਹ ਆਪਾਂ ਅਗਲੇ ਕਿਸੇ ਲੈਕਚਰ ਦੇ ਵਿੱਚ ਇਹਦੇ ਬਾਬਤ ਵੀ ਗੱਲ ਕਰਾਂਗੇ। ਖੈਰ, ਕਹਾਣੀ ਮੈਂ ਪਾਤਰ ਰਾਹੀਂ ਮੈਟਾਡੋਰ ਵਿੱਚ ਬੈਠੀ ਇੱਕ ਲੜਕੀ ਤੇ ਫੋਕਸ ਕਰਦੀ ਆ। ਇਹ ਲੜਕੀ ਦੇਖਣ ਤੋਂ ਬਹੁਤ ਖੂਬਸੂਰਤ ਆ। ਕਹਾਣੀ ਅੱਗੇ ਵੱਧਦੀ ਹੈ ਪਰ ਨਾਲ-ਨਾਲ ਦਹਿਸ਼ਤ ਅਤੇ ਮੌਤ ਦਾ ਅਹਿਸਾਸ ਵੀ ਗਹਿਰਾ ਹੁੰਦਾ ਜਾਂਦਾ। ਇਸ ਤਰ੍ਹਾਂ ਦੇ ਵਾਕਾਂ ਅਤੇ ਉਚਾਰਾਂ ਰਾਹੀਂ ਕਿ ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ। ਕਿਤਨੀ ਭਿਆਨਕ ਖਾਮੋਸ਼ੀ ਹੈ। ਸ਼ਹਿਰ ਅਜੇ ਵੀ ਖਾਮੋਸ਼ ਹੈ ਤੇ ਉਜਾੜ ਜਿਹਾ ਦਿਸ ਰਿਹਾ। ਮੈਟਾਡੋਰ ਵਿੱਚ ਬੈਠੀ ਲੜਕੀ ਦੀ ਬਾਂਹ ਮੈਂ ਪਾਤਰ ਨੂੰ ਉਸ ਬਾਂਹ ਵਰਗੀ ਲੱਗਦੀ ਹੈ ਜਿਹੜੀ ਚੂੜੇ ਲੱਦੀ ਸੀ ਅਤੇ ਤਾਰ ਤੇ ਲਟਕ ਰਹੀ ਸੀ। ਇਹ ਪੇਸ਼ਕਾਰੀ ਮੈਂ ਪਾਤਰ ਦੇ ਅੰਦਰ ਮੌਜੂਦ ਸੰਤਾਪ ਨੂੰ ਜ਼ੁਬਾਨ ਦਿੰਦੀ ਹੈ। ਇਸ ਸੰਤਾਪ ਦਾ ਸਬੱਬ ਕੁਝ ਨਾ ਕਰ ਸਕਣ ਅਤੇ ਤਮਾਸ਼ਬੀਨ ਬਣ ਜਾਣ ਦੀ ਕਮਜ਼ੋਰੀ ਵਿੱਚੋਂ ਉਪਜਦਾ ਹੈ। ਪੱਗ ਤੇ ਡਿੱਗੀਆਂ ਬੂੰਦਾਂ ਦਾ ਅਹਿਸਾਸ ਮੈਂ ਪਾਤਰ ਨੂੰ ਹੋਰ ਪਰੇਸ਼ਾਨ ਕਰਦਾ ਹੈ। ਪੱਗ ਦੇ ਇੱਥੇ ਜਿਵੇਂ ਕਿ ਪਹਿਲਾਂ ਕਿਹਾ ਵਿਸ਼ੇਸ਼ ਮਾਅਨੇ ਹਨ। ਇਹ ਇੱਕ ਸੱਭਿਆਚਾਰਕ ਧਾਰਮਿਕ ਸਮ੍ਰਿਤੀ ਹੈ, ਜਿਉਂਦੀ ਜਾਗਦੀ ਮੈਂ ਪਾਤਰ ਦੇ ਆਪੇ ਨੂੰ ਝੰਜੋੜਦੀ। ਕਹਾਣੀ ਦਾ ਤੀਸਰਾ ਪੜਾਅ ਮੈਟਾਡੋਰ ਵਿੱਚ ਇੱਕ ਨੌਜਵਾਨ ਦੇ ਚੜ੍ਹਨ ਨਾਲ ਸ਼ੁਰੂ ਹੁੰਦਾ ਹੈ। ਨੁਕਤਾ ਨਜ਼ਰ ਹਲੇ ਵੀ ਮੈਂ ਪਾਤਰ ਦਾ ਹੈ ਅਤੇ ਪੇਸ਼ਕਾਰੀ ਇਹ ਹੁੰਦੀ ਹੈ ਕਿ ਨੌਜਵਾਨ ਮੈਟਾਡੋਰ ਵਿੱਚ ਪਹਿਲਾਂ ਹੀ ਬੈਠੀ ਮੁਟਿਆਰ ਨਾਲ ਆ ਬੈਠਦਾ ਹੈ ਅਤੇ ਉਸ ਨਾਲ ਗੱਲਬਾਤ ਦੀ ਕੋਸ਼ਿਸ਼ ਕਰਦਾ। ਗੱਲਬਾਤ ਦਾ ਢੰਗ ਭਾਵੇਂ ਫੂਹੜ ਕਿਸਮ ਦਾ, ਪਰ ਫਿਰ ਵੀ ਮੈਂ ਪਾਤਰ ਇਹ ਸੋਚਦਾ ਕਿ ਕੋਈ ਨਾ ਕੋਈ ਗੱਲ ਸ਼ੁਰੂ ਹੋਵੇ। ਇਹ ਦੋਵੇਂ ਆਪਸ ਦੇ ਵਿੱਚ ਗੱਲਾਂ ਕਰਨ, ਕੋਈ ਹਾਸੇ ਦੀ ਟੁਨਕਾਰ, ਕੋਈ ਹਾਸਾ ਇਸ ਮੈਟਾਡੋਰ ਦੇ ਵਿੱਚ ਇਸ ਦਹਿਸ਼ਤ ਭਰੇ ਮਾਹੌਲ ਦੇ ਵਿੱਚ ਸੰਭਵ ਹੋਵੇ, ਪਰ ਉਸ ਤਰੀਕੇ ਨਾਲ ਹੋ ਨਹੀਂ ਪਾਉਂਦਾ ਹੈਗਾ। ਪਰ ਇਹ ਚਾਹਤ ਕਰਨੀ ਕਿ ਭਾਵੇਂ ਉਹ ਸੱਭਿਅਕ ਤਰੀਕੇ ਨਾਲ ਗੱਲ, ਪਰ ਫਿਰ ਕੋਈ ਗੱਲ ਤਾਂ ਤੁਰੇ। ਇਹ ਸੰਕਟ ਸਮਿਆਂ ਵਿਚਲੀ ਤਣਾਅ ਨੂੰ, ਵਿਚਲੀ ਬੇਵਸੀ ਨੂੰ ਤੇ ਸਧਾਰਨ ਬੰਦੇ ਦੀ ਉਸ ਤਾਂਘ ਨੂੰ ਕਿ ਮੈਂ ਕਿਵੇਂ ਨਾ ਕਿਵੇਂ ਇਸ ਤੋਂ ਬਾਹਰ ਆ ਜਾਵਾਂ। ਕੁਝ ਨਾ ਕੁਝ ਇਸ ਤਰ੍ਹਾਂ ਹੋ ਜਾਵੇ ਕਿ ਇਹ ਇਸ ਡਰ ਤੋਂ, ਇਸ ਦਹਿਸ਼ਤ ਤੋਂ ਨਿਜਾਤ ਮਿਲ ਸਕੇ, ਭਾਵੇਂ ਉਹ ਨਿਜਾਤ ਕੁਝ ਪਲਾਂ ਲਈ ਹੋਵੇ, ਭਾਵੇਂ ਉਹਦਾ ਤਰੀਕਾ ਵੀ ਕੋਈ ਬਹੁਤਾ ਚੰਗਾ ਨਾ ਹੋਵੇ। ਇਸ ਪੜਾਅ ਤੋਂ ਬਾਅਦ ਕਹਾਣੀ ਦਾ ਅਗਲਾ ਪੜਾਅ ਸ਼ੁਰੂ ਹੁੰਦਾ ਉਦੋਂ ਜਦੋਂ ਮੈਟਾਡੋਰ ਨੂੰ ਰੋਕ ਲਿਆ ਜਾਂਦਾ ਤੇ ਜਿਹੜੀ ਫੌਜ ਆ ਉਹ ਚੈਕਿੰਗ ਕਰਨ ਲਈ ਮੈਟਾਡੋਰ ਨੂੰ ਰੋਕਦੀ ਆ। ਇੱਕ ਫੌਜੀ ਮੈਟਾਡੋਰ ਦੇ ਵਿੱਚ ਚੜ੍ਹਦਾ ਤੇ ਹੁਕਮ ਇਹ ਕਰਦਾ ਕਿ ਸਾਰੀਆਂ ਸਵਾਰੀਆਂ ਸਮਾਨ ਸਮੇਤ ਹੇਠਾਂ ਉਤਰ ਜਾਣ। ਮੈਨੂੰ ਇਹ ਵਾਕ ਪੜ੍ਹਦਿਆਂ ਸਾਰ ਫਿਰ ਜਿਵੇਂ ਪਹਿਲਾਂ ਬਟਵਾਰਾ ਚੇਤੇ ਆਇਆ ਸੀ, ਇੱਥੇ ਮੈਨੂੰ ਪੰਜਾਬ ਸੰਕਟ ਦਾ ਸਮਾਂ ਚੇਤੇ ਆਇਆ। ਉਦੋਂ ਵੀ ਇਸ ਤਰ੍ਹਾਂ ਹੀ ਚੈਕਿੰਗਾਂ ਕੀਤੀਆਂ ਜਾਂਦੀਆਂ ਸੀ ਤੇ ਹੋਰ ਇਸ ਚੈਕਿੰਗ ਦੇ ਹਵਾਲੇ ਨਾਲ ਹੋਰ ਵੀ ਬਹੁਤ ਕੁਛ ਯਾਦ ਆ ਗਿਆ। ਤਾਂ ਇਹ ਯਾਦ ਆਉਣਾ ਇਹ ਵੀ ਸਮਝਾਉਂਦਾ ਕਿ ਕਿਵੇਂ ਜਿਹੜੀ ਕੋਈ ਕਹਾਣੀ ਦਾ ਅਨੁਭਵ ਆ ਤੁਹਾਡੇ ਅੰਦਰ ਪਈਆਂ ਯਾਦਾਂ ਨੂੰ ਜਗਾ ਦਿੰਦਾ। ਤੁਸੀਂ ਕੇਵਲ ਉਸ ਯਾਦ ਨੂੰ ਹੀ ਨਹੀਂ ਜਾਣ ਰਹੇ ਹੁੰਦੇ ਜਿਹੜੀ ਤੁਸੀਂ ਪੜ੍ਹ ਰਹੇ ਹੁੰਦੇ ਹੋ, ਤੁਹਾਡੇ ਅੰਦਰੋਂ ਹੋਰ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਜਾਗਰਤ ਹੋ ਜਾਂਦੀਆਂ ਨੇ ਤੇ ਉਹ ਕਹਾਣੀ ਨਾਲ ਸੰਵਾਦ ਕਰਨ ਲੱਗ ਜਾਂਦੀਆਂ ਨੇ। ਤਾਂ ਮੇਰੇ ਮਨ ਦੇ ਵਿੱਚ ਪੰਜਾਬ ਦੀ ਉਹ ਔਖੀ ਘੜੀ ਜਿਹੜੀ ਆ ਜਾਂ ਉਹ ਔਖੀਆਂ ਘੜੀਆਂ ਨਾਲ ਤੁਰਨ ਲੱਗੀਆਂ ਇਸ ਕਹਾਣੀ ਨੂੰ ਪੜ੍ਹਦਿਆਂ ਹੋਇਆਂ, ਤੇ ਕਿਤੇ ਕਿਤੇ ਉਹਨਾਂ ਨੇ ਉਦਾਸੀ ਵੀ ਬਹੁਤ ਦਿੱਤੀ। ਖੈਰ, ਕਹਾਣੀ ਤੇ ਵਾਪਸ ਆਉਂਦੇ ਆ ਤੇ ਉਹ ਫੌਜੀ ਹੁਕਮ ਕਰਦਾ ਕਿ ਹੇਠਾਂ ਆ ਜਾਓ ਸਾਰੇ, ਤੇ ਜਿਹੜਾ ਉਹ ਲੜਕਾ ਬੈਠਾ ਹੁੰਦਾ ਉਸ ਕੁੜੀ ਦੇ ਨਾਲ, ਉਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤੇ ਉਹ ਇਸ ਕਰਕੇ ਕਿ ਉਹਦੇ ਕੋਲ ਪਿਸਤੌਲ ਹੁੰਦਾ ਤੇ ਉਹ ਆਪਣੇ ਬਚਾਅ ਲਈ ਇੱਕਦਮ ਜਿਹੜਾ ਪਿਸਤੌਲ ਆ ਕੁੜੀ ਦੀ ਝੋਲੀ 'ਚ ਸਿੱਟ ਦਿੰਦਾ ਤੇ ਆਪ ਹੇਠਾਂ ਉਤਰ ਜਾਂਦਾ। ਤੇ ਉਹ ਕੁੜੀ ਜਦੋਂ ਹੇਠਾਂ ਉਤਰਨ ਲੱਗਦੀ ਹੈ ਤਾਂ ਆਰਮੀ ਵਾਲੇ ਕਹਿੰਦੇ ਆ ਕਿ ਜਿਹੜੀਆਂ ਜ਼ਨਾਨੀਆਂ ਨੇ ਉਹ ਬੈਠੀਆਂ ਰਹਿਣ। ਤਾਂ ਜਿਵੇਂ ਕਿਵੇਂ ਕਰਕੇ ਉਹ ਕੁੜੀ ਬਚ ਜਾਂਦੀ ਹੈ ਤੇ ਉਹ ਮੁੰਡਾ ਵੀ ਵਾਪਸ ਮੈਟਾਡੋਰ ਦੇ ਵਿੱਚ ਆ ਜਾਂਦਾ।
ਤੇ ਜਦੋਂ ਵਾਪਸ ਆਉਂਦਾ ਤਾਂ ਉਹ ਉਵੇਂ ਹੀ ਫੋਹੜ ਜਿਹੇ ਤਰੀਕੇ ਨਾਲ, ਅਸਭਿਅਕ ਤਰੀਕੇ ਨਾਲ ਉਹਦੇ ਤੋਂ ਆਪਣੇ ਪਿਸਤੌਲ ਵਾਪਸ ਮੰਗਦਾ ਕਿ ਕੁੜੀਆਂ ਦੇ ਖੇਡਣ ਵਾਲੀ ਚੀਜ਼ ਨਹੀਂ, ਇਸ ਤਰੀਕੇ ਦੀ ਦੇ ਸ਼ਬਦ ਵਰਤਦਾ, ਜਿਹੜੇ ਮੈਂ ਪਾਤਰ ਨੂੰ ਇਸ ਤਰ੍ਹਾਂ ਨਜ਼ਰ ਆਉਂਦੇ ਆ ਕਿ ਬਹੁਤ ਹੀ ਘਟੀਆ ਕਿਸਮ ਦੇ ਨੇ। ਤਾਂ ਇੱਥੋਂ ਹੀ ਫਿਰ ਇੱਕ ਜਦੋਂ ਉਹ ਮੰਗਦਾ ਤੇ ਫਿਰ ਕੁੜੀ ਕੀ ਹੁੰਗਾਰਾ ਭਰਦੀ ਹੈ, ਕੁੜੀ ਦੇ ਹੁੰਗਾਰਾ ਭਰਨ ਨਾਲ ਹੀ ਕਹਾਣੀ ਦਾ ਜਿਹੜਾ ਅੰਤਮ ਪੜਾਅ ਉਹ ਸ਼ੁਰੂ ਹੋ ਜਾਂਦਾ। ਤੇ ਉਹ ਲੜਕੀ ਜਿਹੜੀ ਉਹ ਮੁਟਿਆਰ ਆ, ਉਹ ਜਿਹੜਾ ਡਰਾਈਵਰ ਆ ਮੈਟਾਡੋਰ ਦਾ, ਉਹਨੂੰ ਕਹਿੰਦੀ ਹੈ ਕਿ ਗੱਡੀ ਰੋਕ ਦੇਵੇ। ਤੇ ਇੱਥੇ ਆ ਕੇ ਕਹਾਣੀ ਵਿੱਚ ਜਿਹੜੀ ਨਾਟਕੀ ਅੰਸ਼ਾਂ ਦੀ ਸ਼ਮੂਲੀਅਤ ਹੁੰਦੀ ਹੈ। ਕਹਾਣੀ ਦੀ ਪਹਿਲੀ ਉਦਾਸੀ ਖੌਫ ਵਾਲੀ ਸੁਰ ਇੱਥੇ ਆ ਕੇ ਪਿੱਛੇ ਛੁੱਟ ਜਾਂਦੀ ਆ। ਇੱਕ ਨਵਾਂ ਅਹਿਸਾਸ ਕਹਾਣੀ ਦੇ ਵਾਤਾਵਰਨ ਵਿੱਚ ਜਿਉਣ ਲੱਗਦਾ। ਮੈਟਾਡੋਰ ਰੁਕਣ ਤੇ ਮੁਟਿਆਰ ਦਰਵਾਜ਼ੇ ਕੋਲ ਜਾਂਦੀ ਆ, ਖੱਬੇ ਹੱਥ ਨਾਲ ਪਿਸਤੌਲ ਨੌਜਵਾਨ ਵੱਲ ਵਧਾਉਂਦੀ ਆ ਅਤੇ ਸੱਜੇ ਹੱਥ ਨਾਲ ਜ਼ੋਰਦਾਰ ਥੱਪੜ ਨੌਜਵਾਨ ਦੇ ਮੂੰਹ ਤੇ ਰਸੀਦ ਕਰ ਦਿੰਦੀ ਆ। ਮੈਂ ਪਾਤਰ ਦਾ ਇੱਥੇ ਦਰਜ ਅਹਿਸਾਸ ਕਹਾਣੀ ਦੇ ਅਰਥਾਂ ਨੂੰ ਸੰਚਾਰਿਤ ਕਰਦਾ। ਉਹ ਕੀ ਅਹਿਸਾਸ ਆ ਕਿ ਮੈਂ ਪਾਤਰ ਨੂੰ ਇਹ ਮਹਿਸੂਸ ਹੁੰਦਾ ਕਿ ਇਹ ਥੱਪੜ ਉਸ ਨੌਜਵਾਨ ਦੇ ਨਹੀਂ, ਉਸ ਸਮੇਤ ਮੈਟਾਡੋਰ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਦੇ ਲੱਗਦਾ ਹੈ। ਮੁਟਿਆਰ ਪਿਸਤੌਲ ਸੁੱਟ ਕੇ ਤੁਰ ਜਾਂਦੀ ਹੈ, ਪਰ ਇੱਕ ਪਿੱਛੇ ਦ੍ਰਿਸ਼ ਅਤੇ ਅਹਿਸਾਸ ਛੱਡ ਜਾਂਦੀ ਹੈ। ਦ੍ਰਿਸ਼ ਇਹ ਕਿ ਜਿਸ ਵਿੱਚ ਉਹ ਪਿਸਤੌਲ ਵਾਲਾ ਮੁੰਡਾ ਹੁਣ ਭਿੱਜੀ ਬਿੱਲੀ ਬਣਿਆ ਬੈਠਾ, ਅਤੇ ਅਹਿਸਾਸ ਕਿ ਉਸ ਕੁੜੀ ਦੇ ਹੁੰਗਾਰੇ ਨੇ ਜਿਵੇਂ ਦਹਿਸ਼ਤ ਭਰੇ ਮਾਹੌਲ ਨੂੰ ਇੱਕਦਮ ਕਿਤੇ ਉਡਾ ਦਿੱਤਾ ਹੋਵੇ। ਇਸ ਨਵੇਂ ਅਹਿਸਾਸ ਵਿੱਚ ਮੈਂ ਪਾਤਰ ਨੂੰ ਆਪਣੀ ਪੱਗ ਤੇ ਲੱਗੇ ਲਹੂ ਦੇ ਦਾਗ ਫਿਰ ਚੇਤੇ ਆਉਂਦੇ ਹਨ, ਪਰ ਹੁਣ ਪਹਿਲਾਂ ਨਾਲੋਂ ਵੱਖਰੇ ਅਹਿਸਾਸ ਨਾਲ। ਮੈਂ ਪਾਤਰ ਨੂੰ ਕਹਾਣੀ ਦੇ ਅੰਤ ਵਿੱਚ ਅਹਿਸਾਸ ਹੁੰਦਾ ਕਿ ਜਿਵੇਂ ਮੁਟਿਆਰ ਉਸ ਨੂੰ ਰਣ ਖੇਤਰ ਲਈ ਤਿਆਰ ਕਰ ਗਈ ਹੋਵੇ। ਮੈਂ ਪਾਤਰ ਦੇ ਇਸ ਅਹਿਸਾਸ ਨਾਲ ਕਹਾਣੀ ਖਤਮ ਹੋ ਜਾਂਦੀ ਹੈ। ਕਹਾਣੀ ਦਾ ਅੰਤ ਸੁਝਾਊ ਆ, ਸੰਕੇਤਕ ਆ, ਇਸ ਵਿੱਚ ਰਮਜ਼ ਲੁਕੀ ਹੋਈ ਆ। ਕਹਾਣੀ ਦਾ ਅੰਤ ਸੁਝਾਉਂਦਾ ਕਿ ਦਹਿਸ਼ਤ ਤੋਂ ਮੁਕਤੀ ਦਾ ਇੱਕੋ ਇੱਕ ਰਸਤਾ ਇਸ ਨਾਲ ਸਿੱਧੀ ਟੱਕਰ ਵਿੱਚ ਹੈ, ਇਸ ਤੋਂ ਭੱਜਣ ਦੇ ਵਿੱਚ ਨਹੀਂ, ਇਸ ਦੇ ਤਮਾਸ਼ਬੀਨ ਬਣ ਜਾਣ ਵਿੱਚ ਤਾਂ ਬਿਲਕੁਲ ਨਹੀਂ। ਤਮਾਸ਼ਬੀਨ ਬਣ ਜਾਣਾ ਤਾਂ ਆਪਦੇ ਆਪ ਨੂੰ ਮਾਰਨਾ, ਆਪਦੀ ਹਸਤੀ ਨੂੰ ਦਬਾਉਣਾ, ਉਹਨਾਂ ਚਿੰਨ੍ਹਾਂ ਨੂੰ ਜਿਹੜੇ ਤੁਹਾਡਾ ਮਾਣ ਨੇ ਉਹਨਾਂ ਨੂੰ ਖਤਮ ਕਰਨਾ, ਉਹਨਾਂ ਦੇ ਕੋਲੋਂ ਅੱਖਾਂ ਮੋੜਨਾ। ਤਮਾਸ਼ਬੀਨ ਬਣ ਕੇ ਕਦੇ ਵੀ ਜਿਉਂਦੇ ਮਨੁੱਖ ਨਹੀਂ ਬਣਿਆ ਜਾ ਸਕਦਾ। ਕਹਾਣੀ ਕਹਿੰਦੀ ਹੈ ਕਿ ਟੱਕਰ ਲੈਣੀ ਬਣਦੀ ਹੈ, ਪਰ ਟੱਕਰ ਦਾ ਲੈਣ ਦਾ ਤਰੀਕਾ ਇਹ ਨਹੀਂ ਹੈਗਾ ਕਿ ਤੁਸੀਂ ਹਿੰਸਕ ਬਣ ਜਾਓ। ਟੱਕਰ ਲੈਣ ਦਾ ਤਰੀਕਾ ਉਹ ਜਿਹੜਾ ਮੁਟਿਆਰ ਦਿਖਾਉਂਦੀ ਹੈ, ਜਿਹੜਾ ਉਹ ਕਰਦੀ ਆ ਕਿ ਉਹ ਮੁੰਡੇ ਨੂੰ ਫੌਜ ਦੇ ਹਵਾਲੇ ਵੀ ਨਹੀਂ ਕਰਦੀ ਹੈਗੀ, ਪਰ ਨਾਲ ਦੀ ਨਾਲ ਉਹਨੂੰ ਇਹ ਦਿਖਾਉਂਦੀ ਹੈ ਕਿ ਤੂੰ ਚੀਜ਼ ਕੀ ਆ, ਕਿ ਹਿੰਸਾ ਨੂੰ ਉਹਦਾ ਚਿਹਰਾ ਦਿਖਾਉਣਾ ਹੀ ਅਸਲ ਦੇ ਵਿੱਚ ਹਿੰਸਾ ਤੋਂ ਮੁਕਤੀ ਆ। ਕਿ ਹਿੰਸਾ ਦੀ ਸਮਝਦਾਰੀ ਦੇ ਵਿੱਚ ਕਿ ਉਹ ਅਸਲ ਦੇ ਵਿੱਚ ਕਿੰਨੀ ਕਮਜ਼ੋਰ ਆ, ਜਾਂ ਅਸਲ ਦੇ ਵਿੱਚ ਕਿਸ ਤਰ੍ਹਾਂ ਦੇ ਸੁਭਾਅ ਦੀ ਮਾਲਕ ਆ, ਕਿ ਉਹ ਜਿੰਨੀ ਦਹਿਸ਼ਤ ਭਰੀ ਨਜ਼ਰ ਆਉਂਦੀ ਆ ਅਸਲ 'ਚ ਉਨੀ ਹੈ ਨਹੀਂ। ਜੇ ਤੁਸੀਂ ਉਹਨੂੰ ਸਿੱਧੇ ਹੋ ਕੇ ਟੱਕਰੋ ਤਾਂ ਉਹ ਜਿਹੜੀ ਆ ਮੁਕਤੀ ਪਾਈ ਜਾ ਸਕਦੀ ਆ। ਤੇ ਉਸ ਟੱਕਰਨ ਦੇ ਵਿੱਚ ਹੀ ਤੁਹਾਡਾ ਜਿਹੜਾ ਮਾਣ ਆ, ਤੁਹਾਡੇ ਜਿਉਣ ਜੋਗੇ ਹੋਣ ਦਾ ਉਹ ਇੱਕ ਸਬੂਤ ਆ ਕਿ ਪੱਗ ਤੁਹਾਡੀ ਤਾਂ ਬਚਦੀ ਆ, ਤੁਹਾਡਾ ਹੋਣਾ ਤਾਂ ਬਚਦਾ ਜੇ ਤੁਸੀਂ ਤਮਾਸ਼ਬੀਨ ਨਾ ਬਣ ਕੇ ਜਿਹੜਾ ਉਹਦੇ ਹਿੰਸਾ ਦੇ ਸਾਹਮਣੇ ਹੋਵੋ। ਕਹਾਣੀ ਸਹਿਮੇ ਪਲਾਂ ਦੇ ਤਮਾਸ਼ਬੀਨ ਬਾਰੇ ਗੱਲ ਕਰਦੇ ਹਾਂ। ਇੱਕ ਨੁਕਤਾ ਇਹ ਵੀ ਆ ਕਿ ਇਸ ਵਿੱਚ ਜਿਸ ਤਰੀਕੇ ਨਾਲ ਔਰਤ ਨੂੰ ਜ਼ੁਰਤ ਦਾ, ਦਲੇਰੀ ਦਾ ਮਾਧਿਅਮ ਬਣਾਇਆ ਗਿਆ, ਕਿ ਇਹ ਸਹਿਜ ਆ, ਯਥਾਰਥ ਦੇ ਅਨੁਸਾਰੀ ਆ, ਜਾਂ ਲੇਖਕ ਇਸ ਰਾਹੀਂ ਕੁਝ ਖਾਸ ਕਹਿਣਾ ਚਾਹੁੰਦਾ। ਗੱਲ ਇਹ ਆ ਕਿ ਸੰਕਟ ਸਮਿਆਂ ਦਾ ਅਸਰ ਤਾਂ ਦੋਵਾਂ 'ਤੇ ਹੁੰਦਾ, ਔਰਤ 'ਤੇ ਵੀ ਅਤੇ ਪੁਰਸ਼ 'ਤੇ ਵੀ, ਪਰ ਪੁਰਸ਼ 'ਤੇ ਇੱਕ ਖਾਸ ਤਰੀਕੇ ਨਾਲ ਜ਼ਿਆਦਾ ਹੁੰਦਾ ਕਿ ਉਹ ਜਿਸ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਨੂੰ ਲੈ ਕੇ ਜਿਉ ਰਿਹਾ ਹੁੰਦਾ, ਅਣਖ ਦੀਆਂ, ਇੱਜ਼ਤ ਦੀਆਂ, ਜੁਰਤ ਦੀਆਂ, ਦੂਜੇ ਨੂੰ ਬਚਾਉਣ ਦੀਆਂ, ਆਪਦੇ ਪਰਿਵਾਰ ਨੂੰ ਬਚਾਉਣ ਦੀਆਂ, ਸੰਕਟ ਸਮਾਂ ਸਭ ਤੋਂ ਪਹਿਲਾਂ ਉਹਨਾਂ 'ਤੇ ਹੀ ਹਮਲਾ ਕਰਦਾ।
ਤਾਂ ਸੰਕਟ ਸਮੇਂ ਦਾ ਜਿਹੜਾ ਤੁਰੰਤ ਅਸਰ ਆ ਉਹ ਬੰਦੇ ਤੇ, ਆਦਮੀ ਤੇ, ਪੁਰਸ਼ ਤੇ ਜ਼ਿਆਦਾ ਹੁੰਦਾ ਤੇ ਉਹ ਉਸ ਨੂੰ ਜ਼ਿਆਦਾ ਮਹਿਸੂਸ ਵੀ ਕਰਦਾ। ਔਰਤ ਉੱਪਰ ਸੰਕਟ ਸਮਿਆਂ ਦਾ ਅਸਰ ਹੋਰ ਤਰੀਕੇ ਨਾਲ ਹੁੰਦਾ। ਉਹਨਾਂ ਦੇ ਔਰਤ ਤਬ ਤੇ ਇਸ ਤਰੀਕੇ ਦਾ ਕੋਈ ਹਮਲਾ ਨਹੀਂ ਹੁੰਦਾ ਜਿਵੇਂ ਪੁਰਸ਼ ਤਬ ਤੇ ਹੁੰਦਾ। ਤਾਂ ਔਰਤ ਕੋਲ ਇੱਕ ਖਾਸ ਹੱਦ ਤੱਕ ਦੀ ਸੰਕਟ ਸਮਿਆਂ ਦੇ ਵਿੱਚ ਇੱਕ ਜੁਰਤ ਹੁੰਦੀ ਆ, ਇੱਕ ਤਾਕਤ ਹੁੰਦੀ ਆ। ਉਹ ਤਾਕਤ ਰਿਸ਼ਤਿਆਂ ਵਿੱਚੋਂ ਵੀ ਆਉਂਦੀ ਆ ਤੇ ਉਹ ਤਾਕਤ ਸੱਚਾਈ ਨਾਲ ਜੁੜੇ ਹੋਣ ਵਿੱਚੋਂ ਵੀ ਆਉਂਦੀ ਆ। ਮੈਂ ਇਹ ਨਹੀਂ ਕਹਿ ਰਿਹਾ ਕਿ ਔਰਤ ਤੇ ਹਮਲੇ ਨਹੀਂ ਹੁੰਦੇ ਜਾਂ ਔਰਤ ਡਰਦੀ ਨਹੀਂ, ਪਰ ਔਰਤ ਕੋਲ ਇੱਕ ਵੱਖਰੀ ਤਰ੍ਹਾਂ ਦੀ ਸਮਰੱਥਾ ਵੀ ਹੁੰਦੀ ਹੈ ਸੰਕਟ ਸਮਿਆਂ ਵਿੱਚ, ਜਿਹੜੀ ਬੰਦੇ ਕੋਲ ਨਹੀਂ ਹੁੰਦੀ। ਜਿਵੇਂ ਜੇ ਗੱਲ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਲੈ ਕੇ ਦੱਸਣੀ ਹੋਵੇ ਤਾਂ ਮੈਨੂੰ ਜਿਹੜੀ ਗੁਰਵਿੰਦਰ ਸਿੰਘ ਨੇ ਇੱਕ ਫਿਲਮ ਬਣਾਈ ਸੀ ਚੌਥੀ ਕੂੜ ਬਿਆਮ ਸੰਧੂ ਦੀਆਂ ਦੋ ਕਹਾਣੀਆਂ ਤੇ ਆਧਾਰਿਤ, ਬਹੁਤ ਹੀ ਖੂਬਸੂਰਤ ਫਿਲਮ ਆ ਉਹ। ਉਹਦੇ ਵਿੱਚ ਇੱਕ ਦ੍ਰਿਸ਼ ਆ ਜਦੋਂ ਜਿਹੜੇ ਖਾੜਕੂ ਨੇ, ਜਿਹੜੇ ਮਿਲੀਟੈਂਟ ਨੇ, ਉਹ ਜੋਗਿੰਦਰ ਸਿੰਘ ਦੇ ਘਰੇ ਆ ਜਾਂਦੇ ਨੇ। ਤਾਂ ਉੱਥੇ ਜੇ ਕਿਸੇ ਕੋਲ ਬੋਲਣ ਦੀ ਸਮਰੱਥਾ ਤਾਂ ਉਹ ਜੋਗਿੰਦਰ ਦੀ ਮਾਂ ਕੋਲ ਆ, ਤੇ ਉਹ ਸਮਰੱਥਾ ਉਹਦੇ ਕੋਲ ਮਾਂ ਹੋਣ ਦੇ ਰੁਤਬੇ ਵਜੋਂ ਵੀ ਆਈ ਆ ਤੇ ਔਰਤ ਹੋਣ ਕਰਕੇ ਵੀ ਆਈ ਆ। ਸੋ ਕਹਾਣੀ ਕਾਰ ਜਿੱਥੇ ਔਰਤ ਦੀ ਇਸ ਜਿਹੜੀ ਖਾਸੀਅਤ ਆ ਕਿ ਉਹਦੇ ਕੋਲ ਇਹ ਨਹੀਂ ਹੈਗੀ ਕਿ ਜ਼ਰੂਰਤ ਨਹੀਂ ਹੈਗੀ, ਕਿ ਉਹਦੇ ਕੋਲ ਇੱਕ ਖਾਸ ਤਰ੍ਹਾਂ ਦੀ ਜ਼ਰੂਰਤ ਆ, ਤੇ ਉਹ ਉਹਨਾਂ ਸਮਿਆਂ 'ਚ ਖਾਸ ਤੌਰ ਤੇ ਉੱਭਰ ਕੇ ਸਾਹਮਣੇ ਆਉਂਦੀ ਹੈ ਜਦੋਂ ਜਿਹੜਾ ਬੰਦਾ ਉਹ ਕੁਛ ਵੀ ਕਰਨ ਦੇ ਸਮਰੱਥ ਨਹੀਂ ਹੁੰਦਾ। ਤੇ ਉਹਦੀ ਇਹੀ ਦਲੇਰੀ, ਇਹੀ ਹਿੰਮਤ ਫਿਰ ਪੁਰਸ਼ ਨੂੰ ਪ੍ਰੇਰਿਤ ਕਰਦੀ ਆ ਕਿ ਉਹ ਕੁਝ ਕਰ ਸਕੇ। ਜਿਵੇਂ ਕਹਾਣੀ ਦੇ ਅੰਤ ਵਿੱਚ ਜਿਹੜਾ ਮੈਂ ਪਾਤਰ ਆ, ਉਹਨੂੰ ਹੁੰਦਾ ਕਿ ਜਿਵੇਂ ਉਹ ਕੁੜੀ, ਉਹਨੂੰ ਵੀ ਜਿਹੜੀ ਜ਼ਰੂਰਤ ਕਰਨ ਦੀ ਗੁੜਤੀ ਦੇ ਗਈ ਹੋਵੇ। ਸੋ ਕਹਾਣੀ ਅੰਤ ਦੇ ਵਿੱਚ ਇਸ ਤਰ੍ਹਾਂ ਦੇ ਸੁਝਾਅ ਨਾਲ ਖਤਮ ਹੁੰਦੀ ਆ ਕਿ ਹਿੰਸਾ ਨੂੰ ਖਤਮ ਕਰਨ ਲਈ ਹਿੰਸਾ ਨਾਲ ਟੱਕਰਨਾ ਜ਼ਿਆਦਾ ਜ਼ਰੂਰੀ ਆ, ਟੱਕਰਨਾ ਜ਼ਿਆਦਾ ਜ਼ਰੂਰੀ ਆ। ਤੁਸੀਂ ਹਿੰਸਾ ਤੋਂ ਭੱਜ ਕੇ ਹਿੰਸਾ ਦੇ ਤਮਾਸ਼ਬੀਨ ਬਣ ਕੇ ਬਚ ਨਹੀਂ ਸਕਦੇ। ਤੁਸੀਂ ਸਾਬਤ ਸਬੂਤੇ ਨਹੀਂ ਰਹਿ ਸਕਦੇ। ਜਿਹੜੀਆਂ ਚੀਜ਼ਾਂ ਤੇ ਤੁਸੀਂ ਮਾਣ ਕਰਦੇ ਹੋ ਉਹਨਾਂ ਚੀਜ਼ਾਂ ਤੇ ਮਾਣ ਨਹੀਂ ਕਰ ਸਕਦੇ, ਤੇ ਜਿਹੜੀਆਂ ਚੀਜ਼ਾਂ ਤੁਸੀਂ ਮਾਣ ਕਰਦੇ ਹੋ ਲਗਾਤਾਰ ਤੁਹਾਨੂੰ ਪਰੇਸ਼ਾਨ ਕਰਦੀਆਂ ਨੇ। ਜਿਵੇਂ ਇਸ ਕਹਾਣੀ ਦੇ ਵਿੱਚ ਜਿਹੜੀ ਪੱਗ ਆ ਉਹ ਮੈਂ ਪਾਤਰ ਨੂੰ ਪਰੇਸ਼ਾਨ ਕਰਦੀ ਹੈ ਕਿ ਪੱਗ ਤਾਂ ਬਣੀ ਸੀ ਦੂਜਿਆਂ ਨੂੰ ਬਚਾਉਣ ਲਈ, ਤੇ ਇਹ ਜਦੋਂ ਪੱਗ ਵਾਲਾ ਬੰਦਾ ਤਮਾਸ਼ਬੀਨ ਬਣ ਜਾਵੇ ਤਾਂ ਪੱਗ ਦਾ ਹੋਣਾ ਵੀ ਬੰਦੇ ਨੂੰ ਪਰੇਸ਼ਾਨ ਕਰਦਾ। ਤਾਂ ਕਹਾਣੀ ਸੰਕਟ ਸਮਿਆਂ ਦੇ ਵਿੱਚ ਇੱਕ ਵਿਅਕਤੀ ਦੀ ਕਥਾ ਕਹਿੰਦੀ ਹੋਈ ਹਿੰਸਾ ਦੀ ਗੱਲ ਕਰਦੀ ਆ, ਉਸ ਹਿੰਸਾ ਦੇ ਵਿੱਚ ਔਰਤ ਦੀ ਭੂਮਿਕਾ ਦੀ ਗੱਲ ਕਰਦੀ ਆ, ਤੇ ਹਿੰਸਾ ਨਾਲ ਕਿਵੇਂ ਨਜਿੱਠਣਾ ਇਸ ਗੱਲ ਵੱਲ ਸੰਕੇਤ ਕਰਦੀ ਆ। ਇਸ ਕਹਾਣੀ ਬਾਬਤ ਅੰਤਿਮ ਗੱਲ ਮੈਂ ਇਹ ਕਰਨੀ ਆ ਕਿ ਇੱਧਰਲੇ ਪੰਜਾਬ ਦੇ ਵਿੱਚ, ਇੱਧਰਲੀ ਪੰਜਾਬੀ ਕਹਾਣੀ ਦੇ ਵਿੱਚ ਹੁਣ ਤੱਕ ਬਹੁਤੀਆਂ ਗੱਲਾਂ ਇੱਧਰਲੇ ਪੰਜਾਬ ਦੇ ਵਸਿੰਦਿਆਂ ਬਾਰੇ ਹੁੰਦੀਆਂ ਆਈਆਂ ਨੇ। ਪੰਜਾਬ ਤੋਂ ਬਾਹਰ ਕੀ ਵਾਪਰ ਰਿਹਾ, ਪੰਜਾਬ ਤੋਂ ਬਾਹਰ ਭਾਰਤ ਵਿੱਚ ਰਹਿੰਦੇ ਦੂਸਰੇ ਪੰਜਾਬੀਆਂ ਨਾਲ, ਸਿੱਖਾਂ ਨਾਲ ਕੀ ਵਾਪਰ ਰਿਹਾ, ਉਹ ਪੰਜਾਬੀ ਕਹਾਣੀ ਵਿੱਚ ਬਹੁਤ ਘੱਟ ਪੇਸ਼ ਹੋਇਆ। ਤੇ ਇਹ ਇਸ ਪੱਖੋਂ ਇੱਕ ਸ਼ੁਭ ਸ਼ਗਨ ਆ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਪੰਜਾਬੀ ਦੇ ਵਿੱਚ ਮੌਜੂਦ ਨੇ, ਜਿਹੜੀਆਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਬਾਰੇ, ਪੰਜਾਬੀਆਂ ਬਾਰੇ, ਉਹਨਾਂ ਦੇ ਸੰਕਟਾਂ ਬਾਰੇ ਬਾਤ ਪਾਉਂਦੀਆਂ ਨੇ। ਨਾ ਕੇਵਲ ਪੰਜਾਬੀਆਂ ਬਾਰੇ ਜਾਂ ਸਿੱਖਾਂ ਬਾਰੇ, ਸਗੋਂ ਜਿਹੜੇ ਉੱਥੋਂ ਦੇ ਲੋਕ ਨੇ ਉਹ ਕਿਸ ਤਰ੍ਹਾਂ ਦੀ ਪੀੜਾ ਦੇ ਵਿੱਚੋਂ, ਕਿਸ ਤਰ੍ਹਾਂ ਦੇ ਦੁੱਖ ਦੇ ਵਿੱਚੋਂ ਲੰਘ ਰਹੇ ਨੇ, ਉਸ ਦੀ ਗੱਲ ਵੀ ਕਰਦੀਆਂ ਨੇ। ਤੁਸੀਂ ਇਸ ਸੰਗ੍ਰਹਿ ਨੂੰ ਪੜ੍ਹਦਿਆਂ ਹੋਇਆ ਮਹਿਸੂਸ ਕਰੋਗੇ ਕਿ ਹੁਣ ਪੰਜਾਬੀ ਕਹਾਣੀ ਨੇ ਦੂਜਿਆਂ ਦੇ ਦੁੱਖਾਂ ਨੂੰ ਸਮਝਣ ਦੀ, ਦੂਜਿਆਂ ਦੇ ਦੁੱਖਾਂ ਦੀ ਬਾਤ ਪਾਉਣ ਦੀ ਗੱਲ ਵੀ ਸ਼ੁਰੂ ਕੀਤੀ ਆ। ਤੇ ਮੇਰੀ ਜਾਚੇ ਇਹ ਇੱਕ ਬਹੁਤ ਸ਼ੁਭ ਸ਼ਗਨ ਵਾਲੀ ਗੱਲ ਆ। ਤੇ ਇਹ ਕਹਾਣੀ ਦੀ ਇੱਕ ਖੂਬੀ ਹੋਰ ਵੀ ਜ਼ਿਕਰਯੋਗ ਆ, ਉਹ ਇਹ ਕਿ ਸੰਕਟ ਸਮਿਆਂ ਬਾਬਤ ਬਹੁਤ ਘੱਟ ਕਹਾਣੀਆਂ ਨੇ, ਚਾਹੇ ਉਹ ਬਟਵਾਰੇ ਦਾ ਹੋਵੇ, ਚਾਹੇ ਉਹ ਪੰਜਾਬ ਦਾ ਸੰਕਟ ਸਮਾਂ ਹੋਵੇ 90ਵਿਆਂ ਦਾ, ਜਾਂ ਫਿਰ ਕਸ਼ਮੀਰ ਸੰਕਟ ਹੋਵੇ। ਜਦੋਂ ਸੰਕਟ ਸਮੇਂ ਬਾਬਤ ਕੋਈ ਕਹਾਣੀ ਲਿਖੀ ਜਾਂਦੀ ਆ ਤਾਂ ਉਹ ਹੋਰ ਵੀ ਚੰਗੀ ਗੱਲ ਹੁੰਦੀ ਆ। ਤਾਂ ਇਹ ਕਸ਼ਮੀਰ ਦੇ ਵਿੱਚ ਜੋ ਵਾਪਰ ਰਿਹਾ ਉਸ ਵੱਲ ਸੰਕੇਤ ਕਰਦੀ ਆ, ਉੱਥੇ ਵਾਪਰ ਰਹੀ ਹਿੰਸਾ ਵੱਲ ਸੰਕੇਤ ਕਰ ਰਹੀ ਆ, ਉੱਥੇ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ
ਤੇ ਘੱਟ ਗਿਣਤੀਆਂ ਨੇ ਕਿਵੇਂ ਹੁੰਗਾਰਾ ਭਰਨਾ ਉਸ ਵੱਲ, ਤੇ ਉੱਥੋਂ ਦੀਆਂ ਔਰਤਾਂ ਕਿਵੇਂ ਰਿਸਪੌਂਡ ਕਰ ਸਕਦੀਆਂ ਨੇ, ਕਿਵੇਂ ਹੁੰਗਾਰਾ ਭਰ ਸਕਦੀਆਂ ਨੇ, ਤੇ ਕਿਵੇਂ ਹਿੰਸਾ ਨਾਲ ਸਿੱਧੀਆਂ ਉਹਦੀਆਂ ਅੱਖਾਂ 'ਚ ਝਾਕ ਕੇ ਹਿੰਸਾ ਦੀਆਂ ਉਹਦੇ ਤੋਂ ਮੁਕਤੀ ਪਾਈ ਜਾ ਸਕਦੀ ਆ। ਇਹ ਕਹਾਣੀ ਇਸ ਤਰ੍ਹਾਂ ਦੇ ਸੁਝਾਵਾਂ ਨਾਲ ਖਤਮ ਹੁੰਦੀ ਆ। ਕਹਾਣੀ ਬਾਬਤ ਹੋਰ ਵੀ ਗੱਲਾਂ ਹੋ ਸਕਦੀਆਂ ਨੇ, ਇਹਨੂੰ ਹੋਰ ਵੀ ਵਿਸਥਾਰ ਦੇ ਵਿੱਚ ਲਿਜਾਇਆ ਜਾ ਸਕਦਾ। ਬਹਰਹਾਲ ਇਸ ਵਾਰ ਇਸ ਕਹਾਣੀ ਬਾਰੇ ਇੰਨਾ ਹੀ। ਅਗਲੇ ਭਾਸ਼ਣ ਵਿੱਚ ਜਿਹੜੀ ਡਰ ਕਹਾਣੀ ਆ ਜਿੰਦਰ ਦੀ, ਉਸ ਬਾਬਤ ਆਪਾਂ ਚਰਚਾ ਕਰਾਂਗੇ।